ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਪੀਰ ਪ੍ਰਿਖਿਆ ਪਰਖ ਬੇ ਜਹਾਂਗੀਰ ਕਹਿ ਦੀਨਾ ਸਭ ਬੇਗਮ ਮਨ ਭਾਵਤੀ ਜਾਨ ਹਰਖ ਵੱਡ ਕੀਨਾ। ਪੀਰ ਪ੍ਰਿਖਿਆ ਪ੍ਰਿਖ ਬੇ ਜਹਾਂਗੀਰ ਕਹਿ ਦੀਨਾ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਜਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਧੰਨ 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 ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 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 ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੈਠ ਕੇ ਆਪ ਜੀ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ। ਪਿਆਰ ਦੇ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਸੋਹਣੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਦੇ ਕੋਲ ਉਹਦੇ ਮਹੱਲਾਂ ਵਿੱਚ ਬਾਦਸ਼ਾਹ ਦੀ ਬੇਨਤੀ ਕਰਨ ਉੱਤੇ ਪਹੁੰਚੇ ਹਨ। ਕੁਝ ਸਮਾਂ ਪਰਮੇਸ਼ਰ ਦੇ ਘਰ ਦੀਆਂ ਗੱਲਾਂ ਹੋਈਆਂ। ਗੁਰੂ ਸਾਹਿਬ ਬਾਦਸ਼ਾਹ ਨੂੰ ਕਹਿਣ ਲੱਗੇ, ਬਾਦਸ਼ਾਹ ਅਸੀਂ ਤੁਹਾਡੇ ਕਹਿਣ ਉੱਤੇ ਦਿੱਲੀ ਆਏ ਸਾਂ, ਹੁਣ ਸਾਨੂੰ ਮਹਾਰਾਜ ਕਹਿਣ ਲੱਗੇ ਅੰਮ੍ਰਿਤਸਰ ਸੰਗਤਾਂ ਉਡੀਕ ਰਹੀਆਂ ਨੇ, ਅਸੀਂ ਅੰਮ੍ਰਿਤਸਰ ਜਾਣਾ ਹੈ। ਬਾਦਸ਼ਾਹ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੈਂ ਕਸ਼ਮੀਰ ਜਾਣਾ ਹੈ, ਮੇਰੀ ਇੱਛਾ ਹੈ ਅੰਮ੍ਰਿਤਸਰ ਤੱਕ ਮੈਂ ਤੁਹਾਡੇ ਨਾਲ ਹੀ ਜਾਵਾਂ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਮੈਨੂੰ ਤੁਹਾਡੇ ਦਰਸ਼ਨ ਹੁੰਦੇ ਰਹਿਣਗੇ, ਉਹਨਾਂ ਸਮਾਂ ਮੇਰਾ ਭਲਾ ਹੋਏਗਾ। ਗੁਰੂ ਸਾਹਿਬ ਮਹਾਰਾਜ ਕਹਿੰਦੇ ਠੀਕ ਹੈ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਸਾਇਆ ਕਢਾਵਾਂਗਾ ਫਿਰ ਜਾਵਾਂਗਾ। ਮਹਾਰਾਜ ਕਹਿੰਦੇ ਤੂੰ ਜੋ ਕਰਨਾ ਹੈ ਕਰ ਲਾ। ਦੇਸੀ ਮਹੀਨੇ ਦੀ 13ਵੀਂ ਤਰੀਕ ਤੇ ਵੀਰਵਾਰ ਵਾਲੇ ਦਿਨ ਸਾਧ ਸੰਗਤ ਜੀ ਉਹਨੇ ਫਿਰ ਮਹਾਰਾਜ ਨੂੰ ਤੁਰਨ ਬਾਰੇ ਆਖਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਚਾਲਾ ਪਾਇਆ। ਬਾਬਾ ਬੁੱਢਾ ਜੀ ਦਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਹੈ। ਚੰਦੂ ਨੂੰ ਭਾਈ ਜੇਠਾ ਜੀ ਨੇ ਸਭ ਤੋਂ ਮਗਰ ਰਖਾਇਆ ਵੀ ਕਿਤੇ ਮਹਾਰਾਜ ਨੂੰ ਚੰਦੂ ਤੇ ਤਰਸ ਆ ਗਿਆ ਤੇ ਛਡਾ ਹੀ ਨਾ ਦੇਣ ਮਹਾਰਾਜ। ਇਸ ਕਰਕੇ ਮਹਾਰਾਜ ਗਰੀਬ ਨਵਾਜ ਜੀ ਦੇ ਦਲ ਦੇ ਪਿੱਛੇ ਚੰਦੂ ਆ ਰਿਹਾ, ਕੁੱਤਿਆਂ ਦੇ ਵਿੱਚ ਰਲਾਇਆ ਉਹਨੂੰ ਜੀ।
ਤੁਸੀਂ ਸੁਣਿਆ ਸੰਗਤ ਜੀ, ਰਸਤੇ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਬਾਦਸ਼ਾਹ ਦਾ ਮੇਲਾ ਹੋਇਆ ਜੀ। ਬਾਦਸ਼ਾਹ ਦੀਆਂ ਕਈ ਬੇਗਮਾਂ ਨੇ ਜੀ, ਬੇਗਮਾਂ ਵੀ ਨਾਲ ਹੀ ਜਾ ਰਹੀਆਂ ਨੇ। ਉਹਨਾਂ ਬੇਗਮਾਂ ਨੇ ਬਾਦਸ਼ਾਹ ਨਾਲ ਗੱਲ ਕਰਦਿਆਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਜੀ। ਗੁਰੂ ਜੀ ਦਾ ਸੋਹਣਾ ਰੂਪ ਹੈ, ਬਾਹਰੀ ਸੁੰਦਰਤਾ ਵੀ ਹੈ ਤੇ ਰੂਹਾਨੀਅਤ ਵੀ ਹੈਗੀ ਹੈ ਜੀ। ਬੇਗਮਾਂ ਗੁਰੂ ਜੀ ਉੱਤੇ ਮੋਹਿਤ ਹੋ ਗਈਆਂ ਜੀ। ਬੇਗਮਾਂ ਨੇ ਬਾਦਸ਼ਾਹ ਨੂੰ ਆਖਿਆ ਕਿ ਸਾਨੂੰ ਪਤਾ ਲੱਗਾ ਇਹ ਪੀਰ ਨੇ ਗੁਰੂ ਹਰਗੋਬਿੰਦ ਸਾਹਿਬ, ਅਸੀਂ ਉਹਨਾਂ ਦੇ ਨੇੜੇ ਹੋ ਕੇ ਦਰਸ਼ਨ ਕਰਨਾ ਚਾਹੁੰਦੀਆਂ। ਬਾਦਸ਼ਾਹ ਵੀ ਥੋੜ੍ਹਾ ਜਿਹਾ ਸ਼ੰਕੇ 'ਚ ਪੈ ਗਿਆ, ਕਹਿਣ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਜਵਾਨੀ ਦੀ ਉਮਰ ਹੈ, ਨੌਜਵਾਨ ਧਨ ਹੈ, ਤੇ ਵੇਖਦੇ ਹਾਂ ਵੀ ਇਹਨਾਂ ਦਾ ਮਨ ਡੋਲਦਾ ਹੈ ਕਿ ਨਹੀਂ ਡੋਲਦਾ। ਬੇਗਮਾਂ ਨੂੰ ਕਹਿਣ ਲੱਗਾ ਤੁਸੀਂ ਤਿਆਰ ਹੋ ਕੇ ਜਾਓ, ਕੱਲ੍ਹ ਨੂੰ ਪੂਰੇ ਹਾਵ ਭਾਵ ਕਰਨੇ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਨ ਡਲਾਉਣ ਦਾ ਯਤਨ ਕਰਨਾ ਹੈ। ਹੁਣ ਸੰਗਤ ਜੀ, ਬੇਗਮਾਂ ਇਹ ਗੱਲ ਸੁਣ ਕੇ ਬੜਾ ਖੁਸ਼ ਹੋ ਗਈਆਂ ਜੀ। ਅੱਗੋਂ ਹੁਣ ਜੋ ਕਥਾ ਹੈ ਉਹ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੀਰ ਪ੍ਰਿਖਿਆ ਪਰਖਬੇ, ਜਹਾਂਗੀਰ ਕਹਿ ਦੀਨ। ਜਹਾਂਗੀਰ ਨੇ ਸਤਿਗੁਰੂ ਜੀ ਦੀ ਪਰਖ ਲੈਣ ਵਾਸਤੇ ਸਾਧ ਸੰਗਤ ਜੀ ਆਪਣੀਆਂ ਬੇਗਮਾਂ ਨੂੰ ਕਹਿ ਦਿੱਤਾ, ਸਭ ਬੇਗਮ ਮਨ ਭਾਵਤੀ, ਜਾਨ ਹਰਖ ਬੜ ਕੀਨ। ਜਿੰਨੀਆਂ ਬੇਗਮਾਂ ਨੇ ਸਾਰੀਆਂ ਖੁਸ਼ ਹੋ ਗਈਆਂ। ਉਹ ਚਾਹੁੰਦੀਆਂ ਸਨ ਮਹਾਰਾਜ ਜੀ ਦੇ ਨੇੜੇ ਹੋ ਕੇ ਦਰਸ਼ਨ ਕਰਨ ਵਾਸਤੇ, ਤਿਆਰ ਹੋਈਆਂ ਜੀ। ਜਿਵੇਂ ਬਾਦਸ਼ਾਹ ਨੇ ਕਿਹਾ ਸੀ, ਤਿਆਰ ਹੋਈਆਂ, ਤੁਰਨ ਲੱਗੀਆਂ। ਇੱਥੇ ਮੈਂ ਇੱਕ ਖਿਣ ਲਈ ਬੇਨਤੀ ਕਰਾਂਗਾ ਸੰਗਤ ਜੀ, ਕੱਲਾ ਜਹਾਂਗੀਰ ਹੀ ਨਹੀਂ ਗੁਰੂ ਸਾਹਿਬ ਦੀ ਪ੍ਰੀਖਿਆ ਲੈਣੀ ਚਾਹੁੰਦਾ, ਅਸੀਂ ਵੀ ਲੈਂਦੇ ਹਾਂ ਜੀ। ਸੱਚੇ ਪਾਤਸ਼ਾਹ ਸਾਡਾ ਆਹ ਕੰਮ ਕਰ ਦਿਓ ਤਾਂ ਮੰਨਾਂਗੇ। ਸਿੱਖ ਦਾ ਕੰਮ ਗੁਰੂ ਜੀ ਦੀ ਪ੍ਰੀਖਿਆ ਲੈਣਾ ਨਹੀਂ ਹੈਗਾ ਜੀ। ਚੇਤਾ ਰੱਖਿਓ, ਗੁਰੂ ਜੀ ਨੇ ਤੇ ਸਾਰੀਆਂ ਪ੍ਰੀਖਿਆਵਾਂ ਵਿੱਚੋਂ ਪਾਸ ਹੋ ਜਾਣਾ ਹੈ, ਪਰ ਜਿੱਦਣ ਸਾਡੀ ਪ੍ਰੀਖਿਆ ਹੋਈ ਅਸੀਂ ਫੇਲ ਹੋ ਜਾਣਾ ਹੈ ਜੀ। ਅਸੀਂ ਫੇਲ ਹੋ ਜਾਣਾ ਹੈ। ਇਸ ਕਰਕੇ ਮਹਾਰਾਜ ਗਰੀਬ ਨਵਾਜ ਜੀ ਦੀ ਪ੍ਰੀਖਿਆ ਲੈਣ ਦਾ ਫੁਰਨਾ ਵੀ ਮਨ 'ਚ ਨਹੀਂ ਆਉਣਾ ਚਾਹੀਦਾ ਜੀ। ਬਸ ਜੋ ਮਹਾਰਾਜ ਨੇ ਕਿਹਾ, ਗੁਰਸਿੱਖ ਮੀਤ ਚੱਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨਹੁ, ਹਰ ਹਰ ਕਥਾ ਨਿਰਾਲੀ। ਚਲੋ ਉਹਨੇ ਪਰਖਣ ਵਾਸਤੇ ਕਹਿਤਾ। ਸਭ ਰਾਣੀਆਂ ਤਿਆਰ ਹੋਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਰਾਣੀਆਂ ਨੇ ਪਹਿਲਾਂ ਹੀ ਸੰਦੇਸ਼ਾ ਭਿਜਵਾਇਆ ਬੇਗਮਾਂ ਨੇ ਕਿ ਮਹਾਰਾਜ ਅਸੀਂ ਪਰਦੇ 'ਚ ਨਹੀਂ ਤੁਹਾਡੇ ਦਰਸ਼ਨ ਕਰਨੇ। ਆਮ ਰਾਣੀਆਂ ਜਿਹੜੀਆਂ ਸਨ ਨਾ ਰਾਜੇ ਦੀਆਂ ਬੇਗਮਾਂ, ਉਹ ਬਾਕੀਆਂ ਨੂੰ ਪਰਦੇ 'ਚ ਮਿਲਦੀਆਂ ਸਨ ਜੀ। ਕਿਉਂ? ਬੇਗਮਾਂ ਸੁੰਦਰ ਬਹੁਤ ਸਨ ਜੀ। ਬਾਦਸ਼ਾਹ ਨਹੀਂ ਸੀ ਚਾਹੁੰਦਾ ਵੀ ਇਹਨਾਂ ਨੂੰ ਕੋਈ ਹੋਰ ਵੇਖੇ ਜੀ। ਇੱਥੋਂ ਤੱਕ ਬਾਦਸ਼ਾਹ ਜਹਾਂਗੀਰ ਇੰਨਾ ਜ਼ਿਆਦਾ ਅਯਾਸ਼ ਸੀਗਾ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ 18 ਸਾਲ ਦੀਆਂ ਬੱਚੀਆਂ ਵੀ ਇਹਦੀਆਂ ਬੇਗਮਾਂ ਸਨ ਜੀ। ਸਾਰੀਆਂ ਹੀ ਤਿਆਰ ਕਰਾਈਆਂ। ਔਰ ਬੇਗਮਾਂ ਨੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਨੇਹਾ ਭੇਜਿਆ ਵੀ ਮਹਾਰਾਜ ਤੁਹਾਨੂੰ ਪਰਦੇ 'ਚ ਨਹੀਂ ਮਿਲਣਾ, ਸੱਚੇ ਪਾਤਸ਼ਾਹ ਪਰਦਾ ਰਹਿਤ ਮਿਲਣਾ ਹੈ। ਹਾਂਜੀ। ਬਿਨੈ ਸੁਨੀ ਤਿਨ ਕੀ ਬਹੁ ਜਬੈ। ਜਦੋਂ ਉਹਨਾਂ ਦੀ ਬੇਨਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੱਕ ਪਹੁੰਚੀ,
ਵੀ ਬੇਗਮਾਂ ਸਾਨੂੰ ਮਿਲਣਾ ਚਾਹੁੰਦੀਆਂ ਨੇ। ਹੋਏ ਇਕੰਤ ਬੈਠੇ ਗੁਰ ਤਬੈ। ਤੇ ਸੱਚੇ ਪਾਤਸ਼ਾਹ ਮਹਾਰਾਜ ਵੀ ਇਕੰਤ ਇਕੱਲੇ ਬੈਠ ਗਏ ਜੀ। ਕਿਉਂ? ਡਰੇ ਉਹ ਸਾਧ ਸੰਗਤ ਜੀ ਜਿਹਨੇ ਪਾਪ ਕਮਾਉਣਾ ਹੋਵੇ ਜੀ। ਹਾਂਜੀ, ਸਭ ਘਟ ਕੀ ਲਖ ਅੰਤਰ ਜਾਮੀ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸੱਚੇ ਪਾਤਸ਼ਾਹ ਜਾਣ ਗਏ ਵੀ ਇਹ ਬੇਗਮਾਂ ਸਾਡੇ ਦਰਸ਼ਨ ਨਹੀਂ ਕਰਨ ਆ ਰਹੀਆਂ, ਵੇਖਣ ਆ ਰਹੀਆਂ ਵੀ ਸਾਡਾ ਮਨ ਡੋਲਦਾ ਹੈ ਕਿ ਨਹੀਂ ਡੋਲਦਾ। ਮਹਾਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਜਾਣ ਗਏ ਹੈ। ਹਾਂਜੀ, ਸੁਮਤ ਦੇਨ ਇਛ ਪੂਰਨ ਸੁਆਮੀ। ਤੇ ਸਤਿਗੁਰੂ ਜੀ ਦੀ ਇੱਛਾ ਜਾਗੇ ਵੀ ਇਹਨਾਂ ਨੂੰ ਸਮਤ ਦਈਏ, ਇਹਨਾਂ ਨੂੰ ਸਿੱਖਿਆ ਦਈਏ। ਹਾਂਜੀ, ਡੋਰੇ ਆਦਿਕ ਜੇ ਅਸਵਾਰੀ। ਬਾਦਸ਼ਾਹ ਦੀਆਂ ਬੇਗਮਾਂ ਦੇ ਜਿੰਨੇ ਵੀ ਡੋਲੇ ਸਨ, ਸਵਾਰੀਆਂ ਸਨ, ਪਰਦੇ ਮਹਿ ਹਜ਼ਰਤ ਕੀ ਨਾਰੀ। ਸਾਰੀਆਂ ਬੇਗਮਾਂ ਪਰਦੇ ਦੇ ਵਿੱਚ ਸਤਿਗੁਰੂ ਤੱਕ ਪਹੁੰਚੀਆਂ ਜੀ। ਹਾਂਜੀ, ਉਤਰੀ ਆਨ ਗੁਰੂ ਕੇ ਦੁਆਰੇ। ਤੇ ਸਤਿਗੁਰਾਂ ਦੇ ਤੰਬੂ ਦੇ ਲਾਗੇ ਪਹੁੰਚ ਗਈਆਂ ਜੀ, ਜਿੱਥੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੰਬੂ ਲੱਗਾ ਹੈ। ਗਮਨੀ ਨਿਕਟ ਆਨੰਦ ਕੋ ਧਾਰੇ। ਤੇ ਬਹੁਤੀ ਖੁਸ਼ੀ ਖੁਸ਼ੀ ਕਈ ਬੇਗਮਾਂ ਆਨੰਦ ਧਾਰ ਕੇ ਸਤਿਗੁਰਾਂ ਤੱਕ ਪਹੁੰਚੀਆਂ ਜੀ। ਕਈ ਬੇਗਮਾਂ ਨੇ ਜੀ। ਬਹੁ ਦਿਨਾਰ ਜਵਾਹਰ ਲਿਆਈ। ਹਾਂਜੀ, ਪ੍ਰਥਮ ਉਪਾਇਨ ਧਰ ਅਗਵਾਈ। ਇੱਕ ਵੀ ਬੇਗਮ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਤਖਤ ਦੇ ਨੇੜੇ ਨਹੀਂ ਆਉਣ ਦਿੱਤਾ ਜੀ। ਦੂਰੋਂ ਹੀ ਮੱਥਾ ਟੇਕਿਆ ਸਾਰਿਆਂ ਨੇ ਜੀ। ਅਸ਼ਰਫੀਆਂ ਲੈ ਕੇ ਆਈਆਂ, ਦੂਰੋਂ ਹੀ ਮੱਥਾ ਟੇਕਿਆ ਜੀ। ਥੋੜੇ ਦਿਨ ਪਹਿਲਾਂ ਅਸੀਂ ਕੋਟਲਾ ਨਿਹੰਗ ਖਾਂ ਦਰਸ਼ਨ ਕਰਨ ਗਏ ਜੀ। ਚੰਡੀਗੜ੍ਹ ਦੇ ਲਾਗੇ ਹੀ ਉੱਥੇ ਕਥਾ ਸੀਗੀ ਜੀ। ਤੇ ਕੋਟਲਾ ਨਿਹੰਗ ਖਾਂ ਜਿਹੜਾ ਅਸਥਾਨ ਹੈ, ਉੱਥੇ ਦਰਸ਼ਨ ਕਰਨ ਗਏ ਜੀ। ਉਹਦੇ ਤੋਂ ਪਹਿਲਾਂ ਵੀ ਇੱਕ ਗੁਰੂ ਘਰ ਆਉਂਦਾ, ਭੱਠਾ ਸਾਹਿਬ ਆਉਂਦਾ ਜੀ। ਭੱਠ ਸਾਹਿਬ ਦੇ ਨਾਲ ਹੀ ਅੱਗੇ ਕੋਟਲਾ ਨਿਹੰਗ ਖਾਂ ਜੀ। ਉੱਥੇ ਅੱਜ ਉਹ ਚਿੱਤਰ ਲੱਗਾ, ਅਸੀਂ ਚਿੱਤਰ ਦੇ ਦਰਸ਼ਨ ਕੀਤੇ ਸੀਗੇ। ਗੁਰੂ ਹਰਗੋਬਿੰਦ ਸਾਹਿਬ ਉੱਚੀ ਅਸਵਾਰੀ, ਵਾਹਿਗੁਰੂ ਉੱਚੇ ਆਸਣ ਤੇ ਬੈਠੇ ਹੈ ਤੇ ਬਾਦਸ਼ਾਹ ਦੀ ਵੱਡੀ ਬੇਗਮ ਮੱਥਾ ਟੇਕ ਰਹੀ ਮਹਾਰਾਜ ਨੂੰ ਜੀ। ਨੇੜੇ ਨਹੀਂ ਸੀ ਲੱਗਣ ਦਿੱਤਾ ਜੀ। ਆਈਆਂ, ਉਹਨਾਂ ਅਸ਼ਰਫੀਆਂ ਰੱਖੀਆਂ ਜੀ। ਹਾਂਜੀ, ਕਰ ਕਰ ਬੰਧਨ ਬੈਠੀ ਤੀਰ। ਮੱਥਾ ਟੇਕਿਆ ਸਾਰਿਆਂ ਨੇ, ਸਾਰੀਆਂ ਬੇਗਮਾਂ ਬੈਠ ਗਈਆਂ ਜੀ। ਹਾਂਜੀ, ਨਾਰ ਸ਼ਬੀਲੀ ਗੌਰ ਸਰੀਰ। ਹੁਣ ਨੌਜਵਾਨ ਤਨ ਨੇ ਸਾਧ ਸੰਗਤ ਜੀ, ਜਵਾਨੀ ਇਹਨਾਂ ਦੇ ਸਰੀਰਾਂ ਉੱਤੇ। ਭਾਈ ਸੰਤੋਖ ਸਿੰਘ ਜੀ ਕਹਿੰਦੇ। ਹਾਂਜੀ, ਬਦਨ ਉਘਾਰ ਅੰਚਰਾ ਟਾਰੈ। ਇੱਕ ਟਕ ਗੁਰੂ ਕੋ ਰੂਪ ਨਿਹਾਰੈ। ਤੇ ਪਹਿਲਾਂ ਤੇ ਇਹਨਾਂ ਨੇ ਨਾ ਜੀ ਮੁਖ ਢੱਕਿਆ ਸੀਗਾ ਜੀ। ਬੇਗਮਾਂ ਸਨ ਨਾ, ਬੁਰਕਾ ਰੱਖਿਆ ਸੀਗਾ ਜੀ। ਬਾਅਦ ਚੋਂ ਪੱਲਾ ਤਾਂ ਚੁੱਕ ਲਿਆ ਜੀ। ਤੇ ਇੱਕ ਟੱਕ ਸਤਿਗੁਰਾਂ ਵੱਲ ਵੇਖਣ ਲੱਗ ਪਈਆਂ ਜੀ। ਇੱਕ ਟੱਕ ਜੀ। ਹੁਣ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ 7.5 ਫੁੱਟ ਉੱਚਾ ਕੱਦ, ਭਰਵਾਂ ਸਰੀਰ, ਗੋਰਾ ਮੁਖ, ਪੂਰਾ ਆਨੰਦ ਵਾਲਾ ਸਰੂਪ ਸੱਚੇ ਪਾਤਸ਼ਾਹ ਜੀ ਦਾ ਜੀ। ਭਾਈ ਬੇਬਸ ਮੋਹਤ ਹੋਇ ਰਹੀ। ਉਹ ਜਦੋਂ ਪੱਲਾ ਚੁੱਕ ਕੇ ਸਾਧ ਸੰਗਤ ਜੀ ਉਹਨਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ, ਗੁਰੂ ਸਾਹਿਬ ਨੇ ਉਹਨਾਂ ਤੇ ਕੀ ਮੋਹਤ ਹੋਣਾ ਹੈ ਜੀ। ਮਹਾਰਾਜ ਦੇ ਤਾਂ ਸਿੱਖਾਂ ਦੇ ਲਾਗੇ ਵਕਾਰ ਨਹੀਂ ਲੱਗਦੇ ਜੀ। ਹਾਂਜੀ, ਪਰ ਉਹ ਮਹਾਰਾਜ ਨੂੰ ਵੇਖਦੀਆਂ ਹੀ ਰਹਿ ਗਈਆਂ ਜੀ। ਹਾਂਜੀ, ਦੇਖ ਦਸ਼ਾ ਸਤਿਗੁਰ ਤਬ ਕਹੀ। ਆਖੋ ਵਾਹਿਗੁਰੂ। ਜਦੋਂ ਮੋਹਤ ਹੋਈਆਂ ਦੇਖੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਮਹਾਰਾਜ ਨੇ ਉਹਨਾਂ ਦੇ ਮਨ ਦੇ ਫੁਰਨੇ ਪੜ੍ਹ ਲਏ ਜੀ। ਸੰਗਤ ਜੀ, ਇਹ ਬੜੀ ਅਜੀਬੋ ਗਰੀਬ ਖੇਡ ਹੈ। ਸਾਡੀ ਭਾਵਨਾ ਨਹੀਂ ਬਣਦੀ ਜੀ। ਮਨ ਬੜੇ ਫੁਰਨੇ ਪੜਾਉਂਦਾ ਹੈ ਜੀ। ਪਤਾ ਵੀ ਹੈ ਗੁਰੂ ਹਰਗੋਬਿੰਦ ਸਾਹਿਬ ਅੰਤਰਜਾਮੀ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਤਰਜਾਮੀ ਹਨ। ਮਨ ਜਾਣਤ ਸਭ ਬਾਤ, ਜਾਣਤ ਹੀ ਅਵਗੁਣ ਕਰੈ। ਪਤਾ ਵੀ ਹੈ, ਫਿਰ ਵੀ ਅਵਗੁਣ ਕਰਦਾ ਹੈ ਜੀ।
ਰੱਜ ਕੇ ਆਖੋ ਵਾਹਿਗੁਰੂ। ਕੱਲ ਪਰਸੋਂ ਭਾਈ ਸਾਹਿਬ ਪੰਕਤੀ ਕਹਿ ਰਹੇ ਸੀ, ਜੋ ਛੱਡਣਾ ਸੋ ਅਸਥਿਰ ਕਰ ਮਨ, ਜੋ ਹੋਵਨ ਸੋ ਦੂਰ ਪਰਾਨੈ। ਪਤਾ ਵੀ ਹੈ ਇਹ ਚੀਜ਼ ਛੱਡਣ ਵਾਲੀ ਹੈ, ਫਿਰ ਵੀ ਪੱਕੀ ਮੰਨ ਕੇ ਬੈਠਾ ਹੈ ਜੀ ਬੰਦਾ। ਗੁਰੂ ਸਾਹਿਬ ਨੇ ਉਹਨਾਂ ਦੇ ਮਨ ਦੇ ਫੁਰਨੇ ਪੜ ਲਏ ਜੀ। ਹਾਂਜੀ, ਪ੍ਰਥਮ ਪੁੰਨ ਕੋ ਫਲ ਇਹ ਪਾਇਓ। ਤੇ ਸੱਚੇ ਪਾਤਸ਼ਾਹ ਜੀ ਬਚਨ ਕਰਨ ਲੱਗੇ ਜੀ। ਬਚਨ ਕੀ ਕੀਤੇ? ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖੋਂ ਅੰਮ੍ਰਿਤ ਹੀ ਵਰਸ ਗਿਆ ਜੀ। ਮਹਾਰਾਜ ਕਹਿੰਦੇ, ਬੇਗਮੋ ਪਹਿਲਾਂ ਤੇ ਤੁਹਾਡੇ ਪਿਛਲੇ ਪੁੰਨ ਨੇ, ਤੇ ਪਿਛਲੇ ਪੁੰਨਾਂ ਦੇ ਕਰਕੇ ਤੁਹਾਨੂੰ ਇਹ ਫਲ ਮਿਲਿਆ ਹੈ, ਮਨੁੱਖਾ ਸਰੀਰ ਮਿਲਿਆ ਹੈ। ਹਾਂਜੀ, ਸੁੰਦਰ ਰੂਪ ਅਨੂਪ ਸੁਹਾਇਓ। ਫਿਰ ਸਰੂਪ ਸੁੰਦਰ ਮਿਲਿਆ, ਪਰਮੇਸ਼ਰ ਨੇ ਸਰੂਪ ਸੁੰਦਰ ਦਿੱਤਾ। ਤੇ ਬਾਦਸ਼ਾਹ ਦੀਆਂ ਪਤਨੀਆਂ 'ਚ ਤੁਸੀਂ, ਤੇ ਬੇਗਮ ਕਹਿੰਦੇ ਤੁਹਾਨੂੰ। ਬੇਗਮ ਨਾਮ ਹੀ ਸੰਗਤ ਜੀ ਉਹਦਾ, ਜਿਹੜੀ ਬੇਗਮ ਹੋਵੇ, ਜਿਹਨੂੰ ਗਮ ਨਾ ਕਿਸੇ ਚੀਜ਼ ਦਾ ਹੋਵੇ ਜੀ। ਆਮ ਇਸਤਰੀਆਂ ਵਿਚਾਰੀਆਂ ਨੂੰ 100 ਚਿੰਤਾਵਾਂ ਹੁੰਦੀਆਂ, ਘਰ ਦੇ ਕੰਮ ਕਾਰ। ਬੇਗਮਾਂ ਨੇ ਤੇ ਕੰਮ ਕਾਰ ਵੀ ਨਹੀਂ ਕਰਨਾ, ਹੁਕਮ ਹੀ ਚਲਾਉਣਾ ਹੈ ਜੀ। ਮਹਾਰਾਜ ਕਹਿੰਦੇ, ਕਿੱਡੇ ਪੁੰਨ ਨੇ, ਕਿੰਨੀ ਭਗਤੀ ਆ ਤੁਹਾਡੀ ਪਿਛਲੀ। ਹਾਂਜੀ, ਸਰਬ ਪਦਾਰਥ ਭੋਗੋ ਭਲੇ। ਜੋ ਪਦਾਰਥ ਤੁਸੀਂ ਚਾਹੋ ਉਹ ਤੁਹਾਡੇ ਕੋਲ ਹਾਜ਼ਰ ਹੋ ਜਾਂਦਾ ਜੀ। ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਿਸੂਰੇ। ਤੁਹਾਨੂੰ ਕੋਈ ਚਿੰਤਾ ਨਹੀਂ ਹੈਗੀ ਕਹਿਣ ਲੱਗੇ, ਤੁਸੀਂ ਹੈ ਹੀ ਬੇਗਮਾਂ 'ਚ। ਹਾਂਜੀ, ਜਸ ਇੱਛੋ ਤਸ ਤੂਰਨ ਮਿਲੇ। ਜੋ ਤੁਹਾਡੇ ਮਨ 'ਚ ਫੁਰਨਾ ਬਣਦਾ, ਮਹਾਰਾਜ ਕਹਿੰਦੇ ਤੁਹਾਨੂੰ ਉਸੇ ਵੇਲੇ ਚੀਜ਼ ਮਿਲ ਜਾਂਦੀ, ਹਾਜ਼ਰ ਹੋ ਜਾਂਦੀ ਜੀ। ਹਾਂਜੀ, ਪੀਰ ਫਕੀਰਨ ਸੇਵਾ ਕਰੀਐ ਹੈ, ਮਨ ਕੋ ਪ੍ਰੇਮ ਸ਼ਾਹੋ ਧਰ ਮਨ ਧਰੀਐ। ਗੱਜ ਕੇ ਆਖੋ ਸਾਧ ਸੰਗਤ ਜੀ। ਸਤਿਗੁਰਾਂ ਦਾ ਰੂਪ ਵੇਖ ਕੇ ਉਹਨਾਂ ਨੂੰ ਸਤਿਗੁਰਾਂ ਨਾਲ ਪ੍ਰੇਮ ਹੋ ਗਿਆ ਜੀ। ਮਹਾਰਾਜ ਨੇ ਉਹਨਾਂ ਨੂੰ ਕਹਿ ਦਿੱਤਾ। ਮਹਾਰਾਜ ਕਹਿੰਦੇ, ਪੀਰਾਂ ਫਕੀਰਾਂ ਦੀ ਸੇਵਾ ਕਰੀਦੀ ਹੈ, ਪ੍ਰੇਮ ਕਰਨਾ ਆਪਣੇ ਪਤੀ ਨੂੰ ਪਰਮੇਸ਼ਰ ਜਾਣ ਕੇ ਕਰੋ ਕਹਿਣ ਲੱਗੇ। ਪੀਰਾਂ ਫਕੀਰਾਂ ਦੀ ਤਾਂ ਸੇਵਾ ਹੀ ਕਰੀਦੀ ਹੈ ਕਹਿਣ ਲੱਗੇ। ਹਾਂਜੀ, ਤ੍ਰਿਅਨ ਕੋ ਅਮਾਨ ਇਹ ਆਹੇ। ਇਸਤਰੀ ਦਾ ਈਮਾਨ ਤਾਂ ਇਹੋ ਹੀ ਹੈਗਾ ਜੀ। ਬੜਾ ਜ਼ੋਰ ਦਿੱਤਾ ਜਾਂਦਾ ਹੈ ਕਿ ਇਹ ਪਤੀ ਵਰਤਾ ਇਸਤਰੀ ਹੋਵੇ ਜੀ। ਹਾਂਜੀ, ਇਸਤਰੀ ਦਾ ਈਮਾਨ ਇਹ ਚਾਹੀਦਾ, ਉਹਨੂੰ ਆਪਣੇ ਪਤੀ ਤੇ ਹੀ ਟੇਕ ਹੋਣੀ ਚਾਹੀਦੀ ਹੈ। ਹਾਂਜੀ, ਪਤ ਬਿਨ ਅਪਰ ਪੁਰਖ ਨਹਿ ਚਾਹੇ। ਆਪਣੇ ਪਤੀ ਤੋਂ ਬਗੈਰ ਕਿਸੇ ਹੋਰ ਪੁਰਖ ਦੀ ਬਾਰੇ ਉਹ ਫੁਰਨਾ ਵੀ ਨਾ ਬਣਾਵੇ। ਹਾਂਜੀ, ਚਲੋ ਇਸਤਰੀਆਂ ਕਈ ਚੰਗੀਆਂ ਤੇ ਬੜੀਆਂ ਹੁੰਦੀਆਂ ਜੀ, ਪਰ ਲੜਦੀਆਂ ਬੜੀਆਂ ਘਰ ਵਾਲੇ ਨਾਲ। ਗੱਜ ਕੇ ਆਖੋ, ਬੜਾ ਲੜਦੀਆਂ ਜੀ, ਬਹੁਤ ਲੜਦੀਆਂ ਜੀ। ਉਹ ਪਿੱਛੇ ਜੇ ਮੈਂ ਸੁਣ ਰਿਹਾ ਸਾਂ, ਉਹ ਗੁਰੂ ਸਾਹਿਬ ਨੇ ਜਿਹੜਾ ਬਚਨ ਕਿਹਾ ਉਹਨਾਂ ਨੂੰ ਇਸਤਰੀ ਵਰਤਾ ਧਰਮ ਦੱਸ ਰਹੇ। ਗੁਜਰਾਤ ਵੱਲ ਤੂਫਾਨ ਆਇਆ ਸੀਗਾ ਜੀ, ਤੇ ਇੱਕ ਸਹੁਰੇ ਨੇ ਆਪਣੇ ਦਾਮਾਦ ਨੂੰ ਫੋਨ ਕੀਤਾ, ਕਹਿੰਦਾ ਤੂਫਾਨ ਆਇਆ ਸੀ, ਕੋਈ ਨੁਕਸਾਨ ਤੇ ਨਹੀਂ ਹੋਇਆ? ਕਹਿੰਦਾ ਜੀ ਨਹੀਂ, ਕੋਈ ਨੁਕਸਾਨ ਨਹੀਂ ਹੋਇਆ। ਕਹਿੰਦਾ ਫਿਰ ਵੀ? ਕਹਿੰਦਾ 20 ਸਾਲ ਪਹਿਲਾਂ ਇੱਕ ਤੂਫਾਨ ਤੁਸੀਂ ਮੇਰੇ ਘਰ ਭੇਜ ਹੀ ਦਿੱਤਾ ਹੈ, ਉਹਦੇ ਅੱਗੇ ਨੁਕਸਾਨ ਕੁਝ ਵੀ ਨਹੀਂ ਹੈਗਾ। ਗੱਜ ਕੇ ਆਖੋ ਤੂਫਾਨ ਮੇਲ। ਹੇ ਮੇਰੇ ਰੱਬ ਜੀ, ਧੱਕੇ ਨਾਲ ਹੀ ਕੰਮ ਕਰਾਉਂਦੀਆਂ ਜੀ। ਫਿਰ ਜੀ ਜਿਹੜੀ ਚੀਜ਼ ਲੈਣੀ ਫਿਰ ਲੈ ਕੇ ਹੀ ਰਹਿੰਦੀਆਂ ਜੀ। ਹਾਂਜੀ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸਤਰੀ ਦਾ ਧਰਮ ਨਹੀਂ ਹੈਗਾ, ਪਤੀ ਦੀ ਸੇਵਾ ਕਰਨੀ ਹੈ, ਤੇ ਕਿਸੇ ਹੋਰ ਬਾਰੇ ਤੇ ਫੁਰਨਾ ਵੀ ਨਹੀਂ ਬਣਾਉਣਾ ਜੀ। ਸੰਗਤ ਜੀ, ਇਹ ਵੀ ਬੜੀ ਵੱਡੀ ਭਗਤੀ 'ਚ, ਇਹ ਵੀ ਬਹੁਤ ਵੱਡੀ ਭਗਤੀ 'ਚ। ਹਾਂਜੀ, ਸੁਨ ਕਰ ਸਤਿਗੁਰ ਕੋ ਬਚਨੀਕੋ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਐਸੇ ਸ਼ੁਭ ਸਿੱਖਿਆ ਵਾਲੇ ਬਚਨ ਉਹਨਾਂ ਇਸਤਰੀਆਂ ਨੂੰ ਕਹੇ, ਬੇਗਮਾਂ ਨੂੰ ਕਹੇ, ਚਾਹੇ ਉਹ ਪਾਵਨ ਮਨਮਥ ਜੀ ਕੋ। ਗੱਜ ਕੇ ਆਖੋ, ਪਰ ਉਹ ਕਿੱਥੋਂ ਟਿਕਦੀਆਂ ਜੀ?
ਉਹਨਾਂ ਨੂੰ ਬਾਦਸ਼ਾਹ ਨੇ ਕਿਹਾ ਸੀ ਵੀ ਪ੍ਰੀਖਿਆ ਲੈਣੀ ਹੈ। ਉਹ ਹੁਣ ਚਾਹੁੰਦੀਆਂ ਵੀ ਇਹੋ ਜਿਹੇ ਕੰਮ ਕਰੀਏ ਗੁਰੂ ਹਰਗੋਬਿੰਦ ਸਾਹਿਬ ਦਾ ਮਨ ਡੋਲ ਜਾਵੇ। ਹਾਂਜੀ, ਕਹੋ ਪੀਰ ਜੀ ਸਾਥ ਨਾ ਦਾਰਾ। ਤੇ ਸਤਿਗੁਰਾਂ ਨੂੰ ਕਹਿਣ ਲੱਗੀਆਂ, ਪੀਰ ਜੀ ਕਹਿੰਦੀਆਂ ਸਨ, ਕਹਿੰਦੀਆਂ ਪੀਰ ਜੀ ਤੁਹਾਡੀ ਪਤਨੀ ਨਹੀਂ ਨਜ਼ਰ ਆ ਰਹੀ। ਹਾਂਜੀ, ਤਰੁਣ ਬੈਸ ਕਿਮ ਹੋਤ ਗੁਜ਼ਾਰਾ। ਜਵਾਨੀ ਦੀ ਉਮਰ ਹੈ, ਤੁਹਾਡਾ ਵਿਆਹ ਨਹੀਂ ਹੋਇਆ ਅਜੇ। ਹਾਂਜੀ, ਰੂਪ ਅਨੂਪਮ ਸੁੰਦਰ ਹੈ। ਆਪ ਤੁਹਾਡਾ ਰੂਪ ਬੜਾ ਸੋਹਣਾ ਹੈ, ਇਹੋ ਜਿਹਾ ਕਿਸੇ ਹੋਰ ਪੁਰਸ਼ ਦਾ ਰੂਪ ਨਹੀਂ ਹੈਗਾ। ਹਾਂਜੀ, ਦੇਖਤ ਕੌਣ ਹਰਖ ਨਹਿ ਲਹੈ। ਤੇ ਕਿਹੜੀ ਇਸਤਰੀ ਹੈ ਜਿਹੜਾ ਤੁਹਾਡੇ ਦਰਸ਼ਨ ਕਰਕੇ ਤੁਹਾਡੇ ਤੇ ਮੋਹਤ ਨਾ ਹੋਵੇ? ਤੁਹਾਡੀ ਇਸਤਰੀ ਕਿੱਥੇ ਹੈ? ਹਾਂਜੀ, ਕਿਉਂ ਨਾ ਬਿਲਾਸ ਕਰੋ ਮਨ ਭਾਏ। ਹਾਂਜੀ। ਬਾਹਰ ਤਰੁਣਤਾ ਬੈਸ ਨਾ ਪਾਏ। ਗੱਜ ਕੇ ਆਖੋ। ਤੇ ਬਹੁਤ ਬਚਨ ਕਰਨ ਦਈਆਂ, ਕਹਿਣ ਲੱਗੀ ਜਵਾਨੀ ਹੈ। ਬੇਗਮ ਨੇ ਸਿੱਧਾ ਹੀ ਕਹਿ ਦਿੱਤਾ, ਕਹਿੰਦੀ ਹੈ ਜਵਾਨੀ ਹੈ, ਇਹ ਉਮਰ ਜਿੱਥੇ ਉਪਦੇਸ਼ ਕਰਨ ਦੀ ਨਹੀਂ ਹੈਗੀ। ਕਰਨ ਲੱਗੀ ਜਵਾਨੀ ਦੇ ਸੁੱਖ ਮਾਣੋ। ਕਿਉਂ ਬਾਦਸ਼ਾਹ ਨੇ ਕਿਹਾ ਸੀ ਨਾ, ਇਹੋ ਜੀਆਂ ਗੱਲਾਂ ਕਰੋ ਵੀ ਗੁਰੂ ਦਾ ਮਨ ਵਿਚਲਤ ਹੋ ਜਾਵੇ। ਹਾਂਜੀ, ਸ਼੍ਰੀ ਹਰਗੋਬਿੰਦ ਸੁਨ ਕਰ ਕਹਿਓ। ਹੁਣ ਮਹਾਰਾਜ ਕਹਿਣ ਲੱਗੇ, ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਨਾਰ ਭੋਗ ਸਭ ਜਨਮਨ ਲਹਿਓ। ਉਹ ਕਹਿਣ ਲੱਗੀਆਂ ਤੁਹਾਡੇ ਮਨ 'ਚ ਵਕਾਰ ਨਹੀਂ ਪੈਦਾ ਹੁੰਦੇ? ਤੇ ਮਹਾਰਾਜ ਕਹਿਣ ਲੱਗੇ ਵਕਾਰ ਤੇ ਸਾਰੀਆਂ ਹੀ ਜੁਨਾਂ 'ਚ ਹੁੰਦੇ। ਕਹਿਣ ਲੱਗੇ ਭੋਗ ਬਿਲਾਸ ਵਿਕਾਰ ਇਹ ਤੇ ਸਾਰੀਆਂ ਜੁਨਾਂ 'ਚ, ਪਸ਼ੂ ਪੰਛੀਆਂ ਵਿੱਚ ਵੀ ਹੈਗੇ ਆ। ਕਹਿਣ ਲੱਗੇ ਹਾਂਜੀ, ਏਕ ਸਮਾਨ ਸਭਿਨ ਮਹਿ ਆਹੈ। ਸੂਕਰ ਕੂਕਰ ਸਭ ਸੁਖ ਲਹੈ। ਇਹ ਗੰਦਗੀ ਜਿਹੜੀ ਹੈ, ਮਹਾਰਾਜ ਕਹਿਣ ਲੱਗੇ ਇਹ ਤਾਂ ਇੱਕ ਸਮਾਨ ਸਾਰਿਆਂ 'ਚ ਹੈ। ਸੂਰਾਂ ਵਿੱਚ ਵੀ ਹੈਗੀ ਤੇ ਕੁੱਤਿਆਂ 'ਚ ਵੀ ਹੈਗੀ। ਕਹਿਣ ਲੱਗੇ ਪਸ਼ੂਆਂ 'ਚ ਵੀ ਹੈਗੀ ਹੈ। ਹਾਂਜੀ, ਇਹ ਮਾਨੁਖ ਤਨ ਪਾਏ ਵਿਸ਼ੇਸ਼। ਪਰ ਬੇਗਮਾਂ ਵੱਲ ਮਹਾਰਾਜ ਮੁੱਖ ਕਰਕੇ ਕਹਿਣ ਲੱਗੇ, ਇਹ ਜਿਹੜਾ ਮਨੁੱਖਾ ਤਨ ਪ੍ਰਾਪਤ ਹੋਇਆ ਨਾ, ਮਾਨੁਖ ਸਰੀਰ ਮਿਲਿਆ, ਸਿਮਰਨ ਕਰਹਿ ਖੁਦਾਏ ਹਮੇਸ਼। ਕਿਸ ਵਾਸਤੇ ਹੈ? ਭਈ ਪ੍ਰਾਪਤ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਭਲੋ ਸਮੋ ਸਿਮਰਨ ਕੀ ਬਰੀਆ। ਮਹਾਰਾਜ ਕਹਿੰਦੇ ਮਨੁੱਖਾ ਜਨਮ ਜਿਹੜਾ ਮਿਲਿਆ ਨਾ, ਇਹ ਵਕਾਰ ਭੋਗਣ ਨੂੰ ਨਹੀਂ ਮਿਲਿਆ, ਇਹ ਖੁਦਾ ਨੂੰ ਯਾਦ ਕਰਨ ਲਈ ਮਿਲਿਆ। ਹਾਂਜੀ, ਜਨਮ ਅਨੇਕਨ ਕੋ ਦੁੱਖ ਖੋਵੈ। ਹਾਂ, ਇਹਦੇ ਵਿੱਚ ਤਾਂ ਖੁਦਾ ਦਾ ਸਿਮਰਨ ਕਰਕੇ ਅਨੇਕ ਜਨਮਾਂ ਦੇ ਜਿਹੜੇ ਦੁੱਖ ਨੇ ਉਹਨਾਂ ਨੂੰ ਦੂਰ ਕਰਨਾ। ਕਹਿਣ ਲੱਗੇ ਕਈ ਜਨਮਾਂ ਦੇ ਦੁੱਖ ਤੁਰੇ ਆ ਰਹੇ ਆ ਤੇ ਮਨੁੱਖਾ ਸਰੀਰ ਮਿਲਿਆ, ਇਸ ਸਰੀਰ ਵਿੱਚ ਨਾਮ ਜਪ ਕੇ ਕਈ ਜਨਮਾਂ ਦੇ ਦੁੱਖ ਦੂਰ ਕਰਨੇ ਆ। ਜਿਸ ਤੇ ਮਰਨ ਕਸ਼ਟ ਨਹਿ ਜੋਵੈ। ਜਿਹਦੇ ਤੋਂ ਬਾਅਦ ਮੁੜ ਜਨਮ ਮਰਨ ਦਾ ਕਸ਼ਟ ਨਾ ਮਿਲੇ। ਕਹਿਣ ਲੱਗੇ ਮਨੁੱਖਾ ਜਨਮ ਵਕਾਰ ਭੋਗਣ ਵਾਸਤੇ ਨਹੀਂ ਮਿਲਿਆ, ਮਨੁੱਖਾ ਜਨਮ ਸਿਮਰਨ ਕਰਨ ਲਈ ਮਿਲਿਆ ਹੈ। ਸਾਧ ਸੰਗਤ ਜੀ, ਪਰ ਕੌਣ ਇਸ ਸੱਚਾਈ ਨੂੰ ਸਮਝਦਾ ਜੀ? ਵਿਰਲੇ ਗੁਰਮੁਖ ਪਿਆਰੇ ਹਨ ਜਿਹੜੇ ਇਸ ਪੰਕਤੀ ਨੂੰ ਸਮਝ ਲੈਂਦੇ। ਮੈਂ ਮਹਾਰਾਜ ਦੀ ਹਾਜ਼ਰੀ 'ਚ ਕਹਿ ਰਿਹਾ, ਕੱਲ ਸ਼ਾਮ ਨੂੰ ਰਹਿਰਾ ਸਾਹਿਬ ਕਰਦਿਆਂ ਗੁਰੂ ਅਰਜਨ ਸਾਹਿਬ ਨੇ ਆ ਪੰਕਤੀ ਬਾਰ-ਬਾਰ ਪੜ੍ਹਵਾਈ ਜੀ, ਇਹਦਾ ਪਾਠ ਬਾਰ-ਬਾਰ ਕਰਵਾਇਆ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਫਿਰ ਪੜਿਆ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿੰਨੀ ਵਾਰੀ ਮਹਾਰਾਜ ਨੇ ਇਸ ਪੰਕਤੀ ਦਾ ਪਾਠ ਕਰਵਾਇਆ ਜੀ? ਕਿਉਂ ਕਰਵਾਇਆ? ਮਤਾਂ ਲੱਗ ਜਾਵੇ ਇਹ ਪੰਕਤੀ ਮਨ ਨੂੰ ਜੀ। ਇੰਨੀ ਵਾਰੀ ਪੜਿਆ, ਇੱਕ ਵਾਰੀ ਅਸਰ ਹੋ ਜਾਏ ਜੀ। ਵੀ ਮਨੁੱਖਾ ਸਰੀਰ ਜਿਹਨੂੰ ਵਕਾਰ ਭੋਗਣ ਵਾਸਤੇ ਕਈਆਂ ਨੇ ਸਮਝਿਆ ਜੀ, ਇਹ ਸਿਮਰਨ ਕਰਕੇ ਉਹਦੀ ਪ੍ਰਾਪਤੀ ਕਰਨ ਵਾਸਤੇ ਹੈ ਜੀ।
ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਿਮਰਨ ਕਰਨ ਵਾਸਤੇ ਹੈ। ਬਾਕੀ ਜੂਨਾਂ ਵਿੱਚ ਸਿਮਰਨ ਨਹੀਂ ਹੋ ਸਕਦਾ ਸਾਧ ਸੰਗਤ ਜੀ। ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਮਾਫ ਕਰਿਓ, ਆਪਾਂ ਜਿੰਨੇ ਬੈਠੇ ਹਾਂ, ਜਵਾਨੀ ਦੀ ਉਮਰ ਸਾਰਿਆਂ ਨੂੰ ਚੰਗੀ ਲੱਗਦੀ ਹੈ। ਕੋਈ ਭਲਵਾਨ ਹੈ, ਉਹਨੂੰ ਜਵਾਨੀ ਦੀ ਉਮਰ ਚੰਗੀ ਲੱਗਦੀ ਹੈ, ਜਵਾਨੀ 'ਚੋਂ ਆਪਣਾ ਕੰਮ ਕਰ ਸਕਦਾ ਹੈ। ਵਕਾਰੀ ਪੁਰਸ਼ ਹੈ, ਉਹਨੂੰ ਵੀ ਜਵਾਨੀ ਚੰਗੀ ਲੱਗਦੀ ਹੈ। ਕਿਉਂ ਚੰਗੀ ਲੱਗਦੀ ਹੈ? ਕਿਉਂ? ਜਿੰਨੇ ਪੁੱਠੇ ਕੰਮ ਨੇ ਉਹ ਜਵਾਨੀ 'ਚ ਬੰਦਾ ਕਰਦਾ ਹੈ ਜੀ। ਪਰ ਚੇਤਾ ਰੱਖਿਓ, ਰੱਬ ਨੂੰ ਵੀ ਜਵਾਨੀ ਚੰਗੀ ਲੱਗਦੀ ਹੈ। ਤੁਸੀਂ ਕਹੋਗੇ ਰੱਬ ਨੂੰ ਵੀ ਜਵਾਨੀ ਚੰਗੀ ਲੱਗਦੀ ਹੈ? ਹਾਂ, ਮਨੁੱਖਾ ਜਨਮ ਵਿੱਚ ਜਵਾਨੀ ਵੀ ਇੱਕ ਅੰਮ੍ਰਿਤ ਵੇਲਾ 'ਚ, ਤੇ ਜਵਾਨੀ ਰੱਬ ਨੂੰ ਇਸ ਕਰਕੇ ਚੰਗੀ ਲੱਗਦੀ ਹੈ, ਉਹ ਪਿਆਰਿਓ ਜਿੰਨਾ ਚੌਂਕੜਾ ਬੰਦਾ ਜਵਾਨੀ 'ਚ ਮਾਰ ਸਕਦਾ ਬੁਢੇਪੇ 'ਚ ਨਹੀਂ ਵੱਜਦਾ ਜੀ। ਬੁਢੇਪੇ 'ਚ ਕੀ ਹੈ? ਨੈਨਹੁ ਨੀਰ ਬਹੈ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ। ਫਿਰ ਬੰਦਾ ਕੀ ਕਰ ਲਏਗਾ? ਜਵਾਨੀ 'ਚ ਵਿਕਾਰਾਂ ਦਾ ਵੀ ਹਾੜਾ ਆ ਜਾਂਦਾ, ਜਵਾਨੀ 'ਚ ਬੰਦਗੀ ਦਾ ਵੀ ਹਾੜਾ ਆ ਜਾਂਦਾ ਜੀ। ਮੈਂ 2-3 ਸਾਧਕਾਂ ਦਾ ਕਹਿ ਕੇ, ਮਹਾਰਾਜ ਦਾ ਇਹ ਬਚਨ ਕਹਿ ਕੇ ਅੱਗੇ ਚੱਲਾਂਗਾ। ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਮਹਾਂਪੁਰਖ, ਉਹਨਾਂ ਦਾ ਜੀਵਨ ਹੈ ਸੇਕ ਨੇਹਿਆ। ਉਹਦੇ ਵਿੱਚ ਇੱਕ ਬਚਨ ਆਇਆ, ਇੱਕ ਜਵਾਨ ਆਇਆ ਜੀ। ਉਹ ਕਹਿੰਦਾ, ਮਹਾਂਪੁਰਖੋ ਮੈਂ ਜਵਾਨੀ ਸਫਲੀ ਕਰਨੀ ਹੈ, ਮਨ ਨਹੀਂ ਟਿਕਦਾ, ਮਨ ਬਾਰ-ਬਾਰ ਮਾੜਾ ਵੇਖਦਾ। ਬੰਦੇ ਕੋਲ ਬੜੇ ਪਾਪ ਹੁੰਦੇ ਆ, ਇਹ ਅੱਖਾਂ ਤੇ ਕੰਟਰੋਲ ਨਹੀਂ ਰਹਿੰਦਾ ਜੀ, ਜੀਭ ਤੇ ਕੰਟਰੋਲ ਨਹੀਂ ਰਹਿੰਦਾ, ਕੰਨਾਂ ਤੇ ਕੰਟਰੋਲ ਨਹੀਂ ਰਹਿੰਦਾ। ਇਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਮਨ ਹੈਗਾ ਹੈ ਜੀ। ਡਰਾਈਵਰ ਮਨ ਹੀ ਹੈਗਾ ਜੀ। ਕਹਿਣ ਲੱਗੇ ਭਾਈ ਇਹ ਉਮਰ ਹੀ ਇਹੋ ਜਿਹੀ ਹੈ, ਅੱਖਾਂ ਨੀਵੀਆਂ ਕਰਕੇ ਤੁਰ, ਕਹਿਣ ਲੱਗੇ ਜੇ ਭਗਤੀ ਕਰਨੀ ਹੋ ਤੇ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਤੇ ਜਵਾਨੀ ਆਈ ਜੀ। ਸਾਰੀ ਜਵਾਨੀ ਜਪਜੀ ਸਾਹਿਬ ਦੇ ਪਾਠ ਦੇ ਲੇਖੇ ਲਾ ਦਿੱਤੀ ਜੀ। ਸਾਰੀ ਜਵਾਨੀ 'ਚ ਪਾਠ ਹੀ ਜਪਜੀ ਸਾਹਿਬ ਦਾ ਕੀਤਾ ਜੀ। ਪਰ ਦੂਸਰੇ ਪਾਸੇ ਇੱਕ ਕਾਮੀ ਪੁਰਸ਼, ਜਦੋਂ ਸੰਗਤ ਜੀ ਉਹਨੂੰ ਜਵਾਨੀ ਆਉਂਦੀ ਹੈ ਤੇ ਤੁਹਾਨੂੰ ਪਤਾ ਫਿਰ ਉਹ ਕੀ ਕਰਦਾ ਹੈ ਜੀ। ਬਹੁਤਿਆਂ ਨੇ ਕੰਮ ਹੀ ਇਹ ਸਮਝਿਆ ਜੀ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿਣ ਲੱਗੇ, ਇਹ ਜਿਹੜਾ ਸਰੀਰ ਮਿਲਿਆ ਇਹ ਨਾਮ ਜਪਣ ਵਾਸਤੇ ਹੈ। ਨਾਮ ਜਪ ਕੇ ਜਨਮਾਂ ਜਨਮਾਂ ਦੇ ਦੁੱਖ ਦੂਰ ਕਰਨੇ ਹੈ। ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ 5 ਤਰ੍ਹਾਂ ਦਾ ਅੰਮ੍ਰਿਤ ਵੇਲਾ ਕਿਹਾ ਜੇ ਵਿਦਵਾਨਾਂ ਨੇ। ਕਿੰਨੇ ਤਰ੍ਹਾਂ ਦਾ? 5 ਤਰ੍ਹਾਂ ਦਾ ਅੰਮ੍ਰਿਤ ਵੇਲਾ। ਉਹਨਾਂ ਚੋਂ ਕਿਹੜੇ ਕਿਹੜੇ ਉਹ ਧਿਆਨ ਨਾਲ ਸੁਣਿਆ। ਸਭ ਤੋਂ ਪਹਿਲਾਂ ਤੇ ਆਪਾਂ ਅੰਮ੍ਰਿਤ ਵੇਲਾ ਮੰਨਦੇ ਹਾਂ, ਇੱਕ ਪੈਰ ਰਾਤ ਰਹਿ ਜਾਂਦੀ ਹੋਵੇ, ਰਾਤ ਦਾ ਚੌਥਾ ਪੈਰ, ਉਹਨੂੰ ਅੰਮ੍ਰਿਤ ਵੇਲਾ ਮੰਨਦੇ ਜੀ। 3 ਘੰਟੇ ਦਾ ਹੁੰਦਾ ਜੀ। ਉਸ ਅੰਮ੍ਰਿਤ ਵੇਲੇ ਨੂੰ 3 ਘੰਟਿਆਂ ਦਾ ਮੰਨਦੇ। ਔਰ ਹਿੰਦੂ ਧਰਮ ਵਿੱਚ ਉਹਨੂੰ ਬ੍ਰਹਮ ਮੁਹੂਰਤ ਕਿਹਾ ਜਾਂਦਾ ਹੈ ਜੀ, ਅੰਮ੍ਰਿਤ ਵੇਲੇ ਨੂੰ। ਇਹਦੇ ਤੋਂ ਬਾਅਦ ਮਹਾਂਪੁਰਖਾਂ ਮੰਨਿਆ, ਕਹਿੰਦੇ ਜਿੰਨਾ ਮਨੁੱਖਾ ਜਨਮ ਹੈ ਨਾ, ਸਾਰੇ ਦਾ ਸਾਰਾ ਮਨੁੱਖਾ ਜਨਮ ਹੀ ਅੰਮ੍ਰਿਤ ਵੇਲਾ ਹੈ, ਖੱਟੀ ਖੱਟਣ ਦਾ ਵੇਲਾ ਹੈ। ਫਿਰ ਉਹ ਮੰਨਦੇ ਆ, ਕਹਿੰਦੇ ਆ ਜਵਾਨੀ ਜਿਹੜੀ ਹੈ ਇਹ ਵੀ ਅੰਮ੍ਰਿਤ ਵੇਲਾ ਹੈ ਜੀ। ਜੇ ਕੋਈ ਸਮਝ ਲਵੇ ਤੇ ਫਿਰ ਆ ਵੀ ਅੰਮ੍ਰਿਤ ਵੇਲਾ ਹੀ ਹੈ। ਆਖੋ ਪ੍ਰੇਮ ਨਾਲ ਵਾਹਿਗੁਰੂ। ਆਪਾਂ ਸੰਗਤ 'ਚ ਬੈਠੇ ਆ, ਇਹ ਵੇਲਾ ਵੀ ਅੰਮ੍ਰਿਤ ਵੇਲਾ ਹੈ। ਜਾਂ ਜਦੋਂ ਮਾਲਕ ਯਾਦ ਆ ਜੇ, ਉਹ ਵੀ ਵੇਲਾ ਅੰਮ੍ਰਿਤ ਵੇਲਾ ਹੈ।
ਮਹਾਰਾਜ ਕਹਿਣ ਲੱਗੇ ਮਨੁੱਖਾ ਜਨਮ ਜਨਮਾਂ ਜਨਮਾਂ ਦੇ ਕਸ਼ਟ ਦੂਰ ਕਰਨ ਲਈ ਮਿਲਿਆ। ਹਾਂਜੀ, ਤਰੁਣਾਪਨ ਕੋ ਸੁਖ ਦਿਨ ਚਾਰ। ਜਵਾਨੀ ਦਾ ਸੁੱਖ, ਜਵਾਨੀ ਦਾ ਸੁੱਖ 4 ਦਿਨਾਂ ਦਾ। ਸੱਚੀ ਗੱਲ 'ਚ ਜਵਾਨੀ ਆਉਂਦੀ ਵੀ ਛੇਤੀ ਹੈ ਤੇ ਜਵਾਨੀ ਜਾਂਦੀ ਵੀ ਛੇਤੀ ਹੈ ਜੀ। ਹਾਂਜੀ, ਇਸ ਮਹਿ ਪ੍ਰੇਮ ਨਾ ਕਰਹਿ ਵਿਚਾਰ। ਮਹਾਰਾਜ ਕਹਿੰਦੇ ਇਹਦੇ ਨਾਲ ਕਾਹਦਾ ਪ੍ਰੇਮ ਪਾਉਣਾ, ਜਵਾਨੀ ਨਾਲ ਕਾਹਦਾ ਪ੍ਰੇਮ ਪਾਉਣਾ। ਸੁਖ ਜੋ ਅਟਲ ਲੇਨ ਹਿਤ ਚਾਹੈ। ਜੇ ਕੋਈ ਅਟਲ ਸੁੱਖ ਲੈਣਾ ਚਾਹੁੰਦਾ ਉਹ ਸੁੱਖ ਜਿਹੜਾ ਨਾਸ਼ ਨਾ ਹੋਵੇ। ਪਿਆਰਿਓ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵ ਹੈ। ਘੜੀ ਮੋਹਤ ਰੰਗ ਮਾੜ ਹੈ ਰਲੀਆਂ ਫਿਰ ਪਛੋਤਾਵ ਹੈ। ਉਹ ਸੁੱਖ ਜਿਹੜਾ ਅਟਲ ਹੈ, ਉਹ ਆਨੰਦ ਜਿਹੜਾ ਸਦਾ ਹੀ ਬਣਿਆ ਰਵੇ। ਹਾਂਜੀ, ਸਤਿਗੁਰ ਸੇਵੈ ਸਿਮਰ ਅਲਾਹੈ। ਤੇ ਬੇਗਮਾਂ ਨੂੰ ਮਹਾਰਾਜ ਕਹਿਣ ਲੱਗੇ ਫਿਰ ਸਤਿਗੁਰੂ ਦੀ ਸੇਵਾ ਕਰੋ, ਪੀਰਾਂ ਫਕੀਰਾਂ ਦੀ ਸੇਵਾ ਕਰੋ ਤੇ ਅੱਲਾ ਨੂੰ ਯਾਦ ਕਰਿਆ ਕਰੋ। ਕਹਿਣ ਲੱਗੇ ਉਹ ਸੁੱਖ ਮਿਲੇਗਾ ਜਿਹੜਾ ਸਦੀਵੀ ਹੋਏਗਾ। ਕਹਿਣ ਲੱਗੇ ਪਰ ਕਿੱਥੋਂ ਸਾਧ ਸੰਗਤ ਜੀ, ਇਹ ਚਮੜੇ ਦੀ ਖੇਡ ਇਹੋ ਜਿਹੀ ਹੈ, ਬੰਦੇ ਨੂੰ ਇਹੋ ਜਿਹਾ ਭਰਮਾਉਂਦੀ ਹੈ, ਬੰਦਾ ਸਭ ਕੁਝ ਹੀ ਆਪਣਾ ਖਤਮ ਕਰ ਬੈਠਦਾ ਜੀ। ਹਾਂਜੀ, ਥੋੜੇ ਸੁਖ ਹਿਤ ਬਹੁਤ ਨਾ ਖੋਵੈ। ਮਹਾਰਾਜ ਕਹਿੰਦੇ ਥੋੜੇ ਸੁੱਖ ਵਾਸਤੇ ਬਹੁਤਾ ਨੁਕਸਾਨ ਕਿਉਂ ਕਰਦੀਆਂ ਹੋ। ਸੋ ਬੁੱਧਵੰਤ ਚਤੁਰ ਨਰ ਹੋਵੈ। ਮਹਾਰਾਜ ਕਹਿਣ ਲੱਗੇ ਉਹ ਬੰਦਾ ਸਿਆਣਾ ਹੈ ਜਿਹੜਾ ਅਸਲੀ ਸੁੱਖ ਵੱਲ ਵੇਖੇ। ਹਾਂਜੀ, ਤੁਮ ਭੀ ਕਰ ਨਿਤ ਪਤ ਮਹਿ ਪ੍ਰੇਮ। ਮਹਾਰਾਜ ਕਹਿੰਦੇ ਆਪਣੇ ਪਤੀ ਨਾਲ ਪ੍ਰੇਮ ਕਰੋ। ਹਾਂਜੀ, ਸਿਮਰ ਖੁਦਾਏ ਲਹੋ ਸਭ ਸ਼ੇਮ। ਉਹਦੀ ਸੇਵਾ ਕਰੋ ਤੇ ਖੁਦਾ ਦਾ ਨਾਮ ਜਪ ਕੇ ਮੁਕਤੀ ਪ੍ਰਾਪਤ ਕਰੋ। ਕਹਿਣ ਲੱਗੇ ਕਿਉਂ ਇਹਨਾਂ ਕੰਮਾਂ 'ਚ ਪਈਆਂ 'ਚ। ਹਾਂਜੀ, ਹਾਵ ਭਾਵ ਕਰ ਅਨੇਕ ਪ੍ਰਕਾਰੀ। ਦੇਖੈ ਰੂਪ ਹੋਤ ਬਲਿਹਾਰੀ। ਆਖੋ ਵਾਹਿਗੁਰੂ। ਪਰ ਸੰਗਤ ਜੀ ਉਹਨਾਂ ਨੂੰ ਉਹ ਗੱਲ ਕਿੱਥੋਂ ਸਮਝ ਆਵੇ ਜੀ। ਉਹ ਮਹਾਰਾਜ ਦੀ ਪ੍ਰੀਖਿਆ ਲੈਣਾ ਚਾਹੁੰਦੀਆਂ, ਹਾਵ ਭਾਵ ਕਰਦੀਆਂ ਜੀ। ਗੁਰੂ ਜੀ ਦਾ ਰੂਪ ਵੇਖ ਵੇਖ ਕੇ ਬਲਿਹਾਰ ਜਾਂਦੀਆਂ ਜੀ। ਹਾਂਜੀ, ਨਾਰ ਸੁਭਾਵ ਜੇ ਮਦਨ ਉਪਾਵਨ। ਸਭ ਕਰ ਰਹੀ ਤਹਾਂ ਰਿਝਾਵਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਜਿੰਨੀਆਂ ਉਹਨਾਂ ਕੋ ਹਾਵ ਭਾਵ ਸੀ ਨਾ, ਸਾਰੇ ਕਰ ਕਰਕੇ ਉਹਨਾਂ ਵੇਖੇ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਮਨ ਮੈਲਾ ਹੋਵੇ ਜੀ। ਗੁਰੂ ਹਰਗੋਬਿੰਦ ਸਾਹਿਬ ਸਾਡੇ ਤੇ ਮੋਹਿਤ ਹੋਣ, ਗੁਰੂ ਦੇ ਮਨ 'ਚ ਵਿਕਾਰ ਆਵੇ। ਇਸ ਕੰਮ ਵਾਸਤੇ ਬਹੁਤ ਉਹਨਾਂ ਯਤਨ ਕੀਤੇ ਜੀ। ਹਾਂਜੀ, ਗੁਰ ਕੀ ਦ੍ਰਿਸ਼ਟ ਵਿਕਾਰ ਨਾ ਭਇਓ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ 'ਚ ਵਿਕਾਰ ਆਇਆ ਹੀ ਕੋਈ ਨਹੀਂ ਜੀ। ਗੁਰੂ ਦੀ ਦ੍ਰਿਸ਼ਟੀ 'ਚ ਵਿਕਾਰ ਨਹੀਂ ਫੁਰਿਆ ਜੀ। ਹਾਂਜੀ, ਸਹਿਜ ਸੁਭਾਵ ਪ੍ਰਥਮ ਜਿਮ ਲਹਿਓ। ਜਿਵੇਂ ਮਹਾਰਾਜ ਸਹਿਜ ਸੁਭਾਅ ਪਹਿਲਾਂ ਬੈਠੇ ਉਵੇਂ ਹੀ ਬੈਠੇ ਰਹੇ ਜੀ। ਹਾਂਜੀ, ਪਿਖਤ ਕਟਾਸ਼ਨ ਬੰਕੇ ਕਰਕੈ। ਉਰਜ ਦਿਖਾਵਤ ਭੁਜਾ ਉਸਰਕੈ। ਹਾਂਜੀ, ਆਪਣੀ ਦੁੱਤ ਦਿਖਾਏ ਕਰ ਹਾਰੀ। ਨਹਿ ਸਤਿਗੁਰ ਕਿਵੇਂ ਭਏ ਬਿਕਾਰੀ। ਭਾਈ ਸੰਤੋਖ ਸਿੰਘ ਜੀ ਲਿਖਦੇ ਐ, ਹਾਵ ਭਾਵ ਕਰ ਕਰਕੇ ਬੇਗਮਾਂ ਥੱਕ ਗਈਆਂ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਨ ਨਹੀਂ ਹਿੱਲਿਆ ਜੀ। ਸਾਧ ਸੰਗਤ ਜੀ, ਮੈਂ ਫਿਰ ਬੇਨਤੀ ਕਰਾਂ, ਆਮ ਬੰਦਾ ਡੋਲਦਾ ਹੈ ਜੀ। ਇਸ ਵਿਸ਼ੇ ਤੇ ਜ਼ਿਆਦਾ ਬੋਲਿਆ ਨਹੀਂ ਜਾਂਦਾ ਕਿਉਂਕਿ ਬੋਲਣਾ ਸਾਨੂੰ ਅਸਭਿਆ ਲੱਗਦਾ ਹੈ। ਬੱਚੀਆਂ ਬੈਠੀਆਂ ਨੇ, ਧੀਆਂ ਭੈਣਾਂ ਬੈਠੀਆਂ ਨੇ, ਪਰ ਆਮ ਬੰਦਾ ਡੋਲਦਾ ਹੈ ਜੀ। ਇਹ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਨਹੀਂ ਡੋਲੇ ਜੀ। ਤੇ ਜੇ ਕਿਸੇ ਨੇ ਬਚਣਾ ਤੇ ਫਿਰ ਰੋਜ਼ ਕਿਆ ਕਰੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਵੀ ਬਚਾਇਓ। ਇਹ ਵਕਾਰ ਬਰਾਬਰ ਇਸਤਰੀਆਂ ਦੇ ਮਨ 'ਚ ਵੀ ਤੇ ਪੁਰਸ਼ਾਂ ਦੇ ਮਨ 'ਚ ਵੀ ਜੀ। ਸਤਿਗੁਰੂ ਸਾਨੂੰ ਵੀ ਬਚਾਇਓ ਮਹਾਰਾਜ। ਕਿਉਂ? ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਲੈਣ ਵਾਲਿਆਂ ਦੇ ਅੰਦਰ ਵੀ ਵਕਾਰ ਨਹੀਂ ਤੇ ਆਉਂਦੇ।
ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬੰਦੇ ਦਾ ਮਨ ਬੜਾ ਸ਼ੈਤਾਨ ਹੈਗਾ ਜੀ, ਮਨ ਤੇ ਮੌਕਾ ਲੱਭਦਾ ਜੀ, ਪਰ ਧੰਨ ਗੁਰੂ ਜੀ ਦੇ ਸਿੱਖ ਤੇ ਧੰਨ ਸਤਿਗੁਰੂ ਜੀ। ਸਾਧ ਸੰਗਤ ਜੀ, ਨਿਤਨੇਮ ਹੀ ਇੰਨਾ ਹੈ ਕਿ ਮਨ ਮੈਲਾ ਹੋਣ ਦਾ ਟਾਈਮ ਹੀ ਨਹੀਂ ਲੱਗਦਾ ਜੀ। ਬਾਬਾ ਦੀਪ ਸਿੰਘ ਸਾਹਿਬ ਜਿਹਦੇ ਬਾਰੇ ਦੱਸਿਆ ਜਾਂਦਾ ਹੈ, ਕਹਿੰਦੇ ਇੱਕ ਬੱਚੀ ਨੂੰ ਛੱਡਣ ਵਾਸਤੇ ਗਏ ਜੀ, ਤੁਰਕ ਚੁੱਕ ਲਿਆਏ ਸੀ, ਛਡਾ ਕੇ ਬੱਚੀ ਨੂੰ ਛੱਡਣ ਗਏ ਜੀ। ਜਵਾਨੀ ਦੀ ਉਮਰ ਸੀ ਤੇ ਸਿੰਘਾਂ ਨੇ ਕਿਹਾ, ਬਾਬਾ ਜੀ ਤੁਸੀਂ ਉਸ ਬੱਚੀ ਨੂੰ ਛੱਡਣ ਗਏ, ਤੁਹਾਡੇ ਮਨ 'ਚ ਕੋਈ ਫੁਰਨਾ ਨਹੀਂ ਉੱਠਿਆ? ਤੇ ਬਾਬਾ ਜੀ ਕਹਿਣ ਲੱਗੇ, ਮੇਰਾ ਨਿਤਨੇਮ ਹੀ ਨਹੀਂ ਸੰਪੂਰਨ ਹੋਇਆ, ਮਨ ਨੇ ਹੋਰ ਕੀ ਸੋਚਣਾ ਸੀ। ਕਹਿਣ ਲੱਗੇ, ਨਿਤਨੇਮ ਦਾ ਬੰਧਨ ਹੀ ਨਾ ਪਾਇਆ। 100 ਤੋਂ ਵੱਧ ਤੇ ਜਪਜੀ ਸਾਹਿਬ ਦੇ ਪਾਠ ਕਰਦੇ ਸੀਗੇ ਜੀ। ਵਕਾਰ ਗੁਰੂ ਸਾਹਿਬ ਤੇ ਬੜੇ ਹੀ ਵੱਡੇ ਨੇ, ਗੁਰੂ ਹਰਗੋਬਿੰਦ ਸਾਹਿਬ ਤੇ ਬਹੁਤ ਵੱਡੇ ਨੇ ਪਿਆਰਿਓ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖਾਂ ਲਾਗੇ ਵੀ ਵਕਾਰ ਨਹੀਂ ਆਉਂਦੇ ਜੀ। ਤੇ ਮੈਂ ਸੱਚ ਕਹਿ ਰਿਹਾ ਸਟੇਜ ਤੇ ਬਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ, ਅਜੇ ਅਸੀਂ ਸਿੱਖ ਨਹੀਂ ਬਣੇ ਜੀ। ਸਿੰਘਾਂ ਵਾਲਾ ਬਾਣਾ ਪਾਇਆ ਜੀ, ਪਰ ਸਿੱਖ ਨਹੀਂ ਬਣੇ ਜੀ। ਸਿੱਖ ਦੇ ਤੇ ਵਕਾਰ ਨੇੜੇ ਨਹੀਂ ਲੱਗਦਾ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਉਹ ਹਾਵ ਭਾਵ ਕਰ ਕਰਕੇ ਥੱਕ ਗਈਆਂ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਨ ਵਕਾਰੀ ਨਹੀਂ ਹੋਇਆ ਜੀ। ਹਾਂਜੀ, ਕਿਤਕ ਕਾਲ ਬੈਠੀ ਢਿਗ ਰਹੀ। ਕਾਫੀ ਸਮਾਂ ਬੈਠੀਆਂ ਰਹੀਆਂ ਜੀ, ਕਾਫੀ ਸਮਾਂ ਬੈਠੀਆਂ ਰਹੀਆਂ, ਕਦੇ ਕੋਈ ਗੱਲ ਕਰਦੀਆਂ, ਕੁਝ ਕਰਦੀਆਂ। ਹਾਂਜੀ, ਸੁਣੀ ਬਾਤ ਮਨ ਭਾਵਤ ਕਹੀ। ਤੇ ਮਹਾਰਾਜ ਗਰੀਬ ਨਵਾਜ ਉਹਨਾਂ ਦੀਆਂ ਗੱਲਾਂ ਸੁਣਦੇ ਰਹੇ। ਅੱਗੋਂ ਉਹਨਾਂ ਨੂੰ ਉਪਦੇਸ਼ ਹੀ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਜੀ। ਜੋਰ ਨਾ ਚੱਲਿਓ ਜਾਨ ਸਭ ਲੀਨੀ। ਸਾਰੀਆਂ ਬੇਗਮਾਂ ਨੇ ਜਾਣ ਲਿਆ ਵੀ ਸਾਡਾ ਜ਼ੋਰ ਨਹੀਂ ਚੱਲਿਆ। ਹਾਂਜੀ, ਉੱਠਣ ਹੇਤ ਪੁਨ ਮਨਸ਼ਾ ਕੀਨੀ। ਫਿਰ ਉਹਨਾਂ ਉੱਠਣ ਦਾ ਫੁਰਨਾ ਬਣਾਇਆ ਜੀ। ਹਿੰਦੂ ਧਰਮ ਵਿੱਚ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਸਨ, ਬੜੀ ਉਹਨਾਂ ਦੀ ਚੜ੍ਹਤ ਸੀ ਤੇ ਕੁਝ ਲੋਕ ਉਹਨਾਂ ਦੀ ਚੜ੍ਹਤ ਵੇਖ ਕੇ ਜਰਦੇ ਨਹੀਂ ਸੀ। ਉਹਨਾਂ ਸੋਚਿਆ ਵੀ ਇਹਨਾਂ ਦਾ ਚਰਿੱਤਰ ਜਿਹੜਾ ਹੈ ਨਾ ਉਹ ਨੀਵਾਂ ਕਰ ਦਈਏ। ਬੜੇ ਯਤਨ ਕਰਦੇ ਨੇ ਤੇ ਸਾਧ ਸੰਗਤ ਜੀ ਉਹ ਇੱਕ ਲੜਕੀ ਤਿਆਰ ਕਰਕੇ ਉਹਨਾਂ ਦੇ ਕੋਲ ਭੇਜ ਦਿੱਤੀ। ਉਹ ਜਦੋਂ ਚਲੇਗੀ ਕਹਿਣ ਲੱਗੀ ਮੈਂ ਗੱਲ ਕਰਨੀ ਹੈ। ਉਹ ਕਹਿੰਦੇ ਦੱਸੋ ਬੇਟਾ। ਕਹਿੰਦੀ ਇਕੱਲਿਆਂ 'ਚ ਕਰਨੀ ਹੈ। ਉਹ ਇੱਕ ਪਾਸੇ ਲੈ ਕੇ ਹੱਥ 'ਚ ਮਾਲਾ ਫੜ ਲਈ, ਉਹ ਸਾਹਮਣੇ ਬਹਿ ਗਏ ਜੀ ਤੇ ਸ਼੍ਰੀ ਕ੍ਰਿਸ਼ਨ ਹਰੇ ਮੁਰਾਰੀ ਇਹ ਬੋਲਦੇ ਰਹੇ ਜੀ। ਉਹ ਪੂਰੀ ਪੰਕਤੀ, ਉਹ ਇੱਕ ਮਾਲਾ ਪੂਰੀ ਹੋਈ। ਕਹਿੰਦੇ ਜੀ ਗੱਲ ਕਰਨੀ, ਕਹਿੰਦੇ ਹੋਰ ਥੋੜੀ ਜਿਹੀ ਰਹਿ ਗਈ ਹੈ। ਉਹ 2-3 ਘੰਟੇ ਬੈਠ ਕੇ ਚਲੇਗੀ। ਪੁੱਛਣ ਵਾਲਿਆਂ ਪੁੱਛਿਆ ਵੀ ਸਵਾਮੀ ਦਾ ਚਰਿੱਤਰ ਤੂੰ ਹੀਣ ਕੀਤਾ ਕਿ ਨਹੀਂ ਕੀਤਾ? ਕਹਿਣ ਲੱਗੀ ਕੀ ਦੱਸਾਂ, ਉਹ ਤੇ ਮਾਲਾ ਹੀ ਜਪਦਾ ਰਿਹਾ। ਉਹ ਅਗਲੇ ਦਿਨ ਉਹਨੂੰ ਫਿਰ ਰਾਤ ਨੂੰ ਭੇਜ ਦਿੱਤਾ। ਉਹ ਅਗਲੇ ਦਿਨ ਸਾਰੀ ਰਾਤ ਬੈਠਿਆਂ ਉਹ ਮਾਲਾ ਫੇਰਦੇ ਰਹੇ। ਉਹ ਕਹਿੰਦੇ ਸਾਰੀ ਰਾਤ ਲਾ ਕੇ ਆਈ, ਚਰਿੱਤਰ ਮਾੜਾ ਕੀਤਾ ਜਾਂ ਨਹੀਂ ਕੀਤਾ? ਕਹਿਣ ਲੱਗੀ ਨਹੀਂ। ਤੇ ਤੀਜੇ ਦਿਨ ਸਾਧ ਸੰਗਤ ਜੀ ਉਹ ਫਿਰ ਆਈ ਰਾਤ ਨੂੰ, ਤੇ ਜਦੋਂ ਉਹ ਜਪ ਰਹੇ ਸਨ ਨਾ, ਉਹ ਕਹਿੰਦੇ ਤੂੰ ਵੀ ਬੈਠੀ ਹੈ, ਤੂੰ ਵੀ ਜਪ ਲੈ। ਉਹ ਵੀ ਜਪਣ ਲੱਗ ਪਈ ਸ਼੍ਰੀ ਕ੍ਰਿਸ਼ਨ ਹਰੇ ਮੁਰਾਰੀ। ਹਾਂਜੀ, ਉਹ ਜਪਦਿਆਂ ਜਿਹੜੀ ਇਸਤਰੀ ਉਹਨਾਂ ਦਾ ਚਰਿੱਤਰਹੀਣ ਕਰਨ ਆਈ ਸੀ ਨਾ, ਜਪਦਿਆਂ ਉਹਦਾ ਆਪਣਾ ਚਰਿੱਤਰ ਹੀ ਉੱਚਾ ਹੋ ਗਿਆ ਜੀ। ਉਹ ਜਦੋਂ ਬਾਹਰ ਆਈ ਉਹ ਤੇ ਭਗਤ ਬਣ ਚੁੱਕੀ ਸੀਗੀ ਜੀ। ਉਹ ਮਨ ਜਿਹਨਾਂ ਭੇਜਿਆ ਸੀ ਉਹ ਕਹਿਣ ਲੱਗੇ ਹਾਂ ਅੱਜ ਗੱਲ ਬਣੀ, ਤੋ ਜਵਾਬ ਹੀ ਨਾ ਦਵੇ ਜੀ। ਉਹ ਵੀ ਸ਼੍ਰੀ ਕ੍ਰਿਸ਼ਨ ਹਰੇ ਮੁਰਾਰੀ ਕਹਿਣ ਲੱਗ ਪਈ ਜੀ।
ਕਹਿਣ ਦਾ ਭਾਵ ਇਹ ਹੈ ਵੀ ਜਿਨ੍ਹਾਂ ਉੱਤੇ ਪਰਮੇਸ਼ਰ ਦੀ ਮਿਹਰ ਹੈ ਉਹ ਬਚ ਜਾਂਦੇ ਆ। ਉਹਨਾਂ ਵੇਖ ਲਿਆ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਇਹਨਾਂ ਉੱਤੇ ਸਾਡਾ ਵਸ ਨਹੀਂ ਚੱਲ ਸਕਦਾ। ਹਾਂਜੀ, ਹਾਥ ਜੋਰ ਪੁਨ ਬੰਧਨ ਠਾਨੀ। ਸਾਰੀਆਂ ਬੇਗਮਾਂ ਨੇ ਫਿਰ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕ ਦਿੱਤਾ। ਸਾਚੇ ਪੀਰ ਬੇਗਮਨ ਜਾਨੀ। ਸਾਚੇ ਪੀਰ ਬੇਗਮਨ ਜਾਨੀ। ਕਿੱਥੇ ਪਾਠ? ਕਹਿੰਦੇ ਜਿੰਨੀਆਂ ਬੇਗਮਾਂ ਸਨ ਉਹਨਾਂ ਸਮਝ ਰਿਹਾ ਠੀਕ ਹੈ, ਉਮਰ ਜਵਾਨੀ ਹੈ, ਪਰ ਇਹ ਪੀਰ ਸਾਹਿਬ ਸੱਚੇ ਨੇ, ਝੂਠੇ ਨਹੀਂ ਹਨ, ਨਕਲੀ ਨਹੀਂ ਹਨ। ਹਾਂਜੀ, ਜਸ ਕੋ ਕਰਤ ਝੜੀ ਅਸਵਾਰੀ। ਵਾਹ ਵਾਹ ਵਾਹ, ਧੰਨ ਹੋ ਧੰਨ ਹੋ। ਜਸ ਕਰਦੀਆਂ ਕਰਦੀਆਂ ਕੋਈ ਪਾਲਕੀ 'ਚ ਬਹਿ ਗਈ, ਕੋਈ ਡੋਲੀ 'ਚ ਬਹਿ ਗਈ, ਆਪਣੀ ਆਪਣੀ ਸਵਾਰੀ ਤੇ ਬੈਠ ਗਈਆਂ। ਅੰਤਰ ਪਰਦੇ ਜਾਏ ਉਤਾਰੀ। ਤੇ ਫਿਰ ਪਰਦੇ ਦੇ ਅੰਦਰ ਜਿੱਥੇ ਰਣਵਾਸ ਸੀਗਾ ਉੱਥੇ ਪਹੁੰਚ ਗਈਆਂ। ਜਹਾਂਗੀਰ ਅੰਤਹਪੁਰ ਆਵਾ। ਜਹਾਂਗੀਰ ਪੁੱਛਣ ਵਾਸਤੇ ਆਇਆ ਵੀ ਕੀ ਬਣਿਆ। ਜਹਾਂਗੀਰ ਅੰਦਰ ਬੇਗਮਾਂ ਦੇ ਕੋਲ ਆਇਆ। ਥਿਰ ਹੋਏ ਗੁਰੂ ਪ੍ਰਸੰਗ ਚਲਾਵਾ। ਖੜਾ ਹੋ ਗਿਆ ਲਾਗੇ, ਗੁਰੂ ਹਰਗੋਬਿੰਦ ਸਾਹਿਬ ਬਾਰੇ ਬੇਗਮਾਂ ਨੂੰ ਪੁੱਛਣ ਲੱਗਾ। ਗਮਨੀ ਆਜ ਪੀਰ ਕੇ ਤੀਰ। ਕਹਿਣ ਲੱਗਾ ਦੱਸੋ ਅੱਜ ਪੀਰ ਸਾਹਿਬ ਦੇ ਕੋਲ ਗਈਆਂ ਸੀ ਤੁਸੀਂ, ਕਿਮ ਦੇਖਿਓ ਗੰਭੀਰ ਸਧੀਰ। ਕਿਵੇਂ ਵੇਖਿਆ ਫਿਰ ਉਹਨਾਂ ਨੂੰ? ਮਨ ਉਹਨਾਂ ਦਾ ਬੇਈਮਾਨ ਹੋਇਆ। ਹਾਂਜੀ, ਇੰਗਤ ਬੋਲ ਬਿਲੋਕਨ ਕੇਰੀ। ਤੁਮ ਸਮੀਪ ਤੇ ਕਹੋ ਕਿ ਮਹੇਰੀ। ਤੁਸੀਂ ਨੇੜਿਓਂ ਹੋ ਕੇ ਵੇਖਿਆ, ਦੱਸੋ ਕੀ ਬਣਿਆ। ਹਾਂਜੀ, ਮਨ ਵਿਕਾਰ ਜੁਤ ਭਇਓ ਕਿ ਨਾਹੀ। ਗੁਰੂ ਜੀ ਦਾ ਮਨ ਵਿਕਾਰੀ ਹੋਇਆ ਜਾਂ ਨਹੀਂ ਹੋਇਆ। ਬਿਨ ਤ੍ਰਿਐ ਨਹਿ ਲਖਿਅਤ ਚਤ ਮਾਨੀ। ਹਾਂਜੀ, ਸੁਨ ਬੇਗਮ ਕਰ ਜੋਰਤ ਕਹਿਓ। ਹੱਥ ਜੋੜੋ ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ ਗੱਜ ਕੇ। ਵਾਹਿਗੁਰੂ। ਬਸ ਫਿਰ ਬੇਗਮਾਂ ਗੁਰੂ ਸਾਹਿਬ ਦਾ ਨਾਮ ਲੈਣ ਲੱਗੀਆਂ, ਪਰ ਹੱਥ ਜੋੜ ਲਏ ਜੀ ਉਹਨਾਂ ਨੇ। ਹਾਂਜੀ, ਇਮ ਸਮ ਅਪਰ ਨਹੀਂ ਹਮ ਲਹਿਓ। ਤੇ ਹੱਥ ਜੋੜ ਕੇ ਬਾਦਸ਼ਾਹ ਨੂੰ ਕਹਿਣ ਲੱਗੀਆਂ, ਬਾਦਸ਼ਾਹ ਸਲਾਮਤ, ਖੁਦਾ ਤੁਹਾਨੂੰ ਸਲਾਮਤ ਰੱਖੇ, ਪਰ ਇਸ ਪੀਰ ਵਰਗਾ ਅਸੀਂ ਦੂਜਾ ਕੋਈ ਵੇਖਿਆ ਹੀ ਨਹੀਂ ਅੱਜ ਤੱਕ। ਕਹਿਣ ਲੱਗੀ ਨਾ ਤਨ ਦੀ ਸੁੰਦਰਤਾ ਵਿੱਚ ਤੇ ਨਾ ਮਨ ਦੀ ਸੁੰਦਰਤਾ ਵਿੱਚ। ਹਾਵ ਭਾਵ ਅੰਗਨ ਦਿਖਰਾਵਨ। ਬਹੁਤ ਹਾਵ ਭਾਵ ਵਿਖਾਏ ਉਹਨਾਂ ਨੂੰ। ਹਮ ਸਭ ਕੀਨ ਮਦਨ ਉਪਾਵਨ। ਅਸੀਂ ਹਰ ਯਤਨ ਕੀਤਾ ਵੀ ਉਹਨਾਂ ਦਾ ਮਨ ਜਿਹੜਾ ਉਹ ਮੈਲਾ ਹੋਵੇ। ਹਮਰੋ ਕਰਤਬ ਵਾਯੂ ਮਨਿੰਦ। ਪਰ ਸਾਡੇ ਕਰਤਵ ਕੰਮ ਉਹਨਾਂ ਅੱਗੇ ਤੇ ਹਵਾ ਵਰਗੇ ਸੀਗੇ। ਰਹਿਓ ਪੀਰ ਮਨ ਮੇਰ ਗਰਿੰਦ। ਉਹ ਸੁਮੇਰ ਪਰਬਤ ਵਰਗੇ ਸੀਗੇ। ਜਿਵੇਂ ਸੁਮੇਰ ਪਰਬਤ ਅੱਗੇ ਜਿੰਨੀ ਮਰਜ਼ੀ ਹਵਾ ਚੱਲੇ ਸੁਮੇਰ ਨਹੀਂ ਹਿੱਲਦਾ। ਕਹਿੰਦੀਆਂ ਸਾਡੇ ਕੰਮ ਤੇ ਹਵਾ ਵਰਗੇ ਸੀਗੇ ਉਹਨਾਂ ਅੱਗੇ। ਸਹਿਜ ਸੁਭਾਇਕ ਪ੍ਰਥਮ ਸਮਾਨਾ। ਮਧੁਰ ਗਿਰਾ ਉਪਦੇਸ਼ ਬਖਾਨਾ। ਉਹ ਉਵੇਂ ਹੀ ਬੈਠੇ ਜਿਵੇਂ ਸਿੱਖਾਂ ਨੂੰ ਮਿਲਦੇ ਆ। ਉਲਟਾ ਮਿੱਠੇ ਮਿੱਠੇ ਬੋਲ ਬੋਲ ਕੇ ਸਾਨੂੰ ਉਪਦੇਸ਼ ਦਿੱਤਾ। ਪਤਾ ਕੀ ਆਖਿਆ? ਪਤ ਮਹਿ ਪ੍ਰੇਮ ਕੇ ਨਾਮ ਖੁਦਾਏ। ਉਹਨਾਂ ਕਿਹਾ ਦੋ ਕੰਮ ਕਰਨੇ ਆ, ਇੱਕ ਪਤੀ ਵਰਤਾ ਧਰਮ ਨਿਭਾਓ, ਦੂਜਾ ਖੁਦਾ ਦਾ ਨਾਮ ਜਪੋ। ਸੁਨਤ ਹਮਾਰੋ ਮਨ ਬਿਰਮਾਏ। ਸੁਣ ਕੇ ਸਾਡਾ ਮਨ ਰੀਝ ਗਿਆ ਚ ਕਹਿਣ ਲੱਗੇ। ਹਾਂਜੀ, ਬੁਰੇ ਵਿਸ਼ੇ ਲਖ ਹੋਤ ਬਿਰਾਗ। ਆਖੋ ਵਾਹਿਗੁਰੂ। ਵਾਹਿਗੁਰੂ। ਗੱਜ ਕੇ ਗੱਜ ਕੇ। ਵਾਹਿਗੁਰੂ। ਬੇਗਮਾਂ ਕਹਿੰਦੀਆਂ ਜਦੋਂ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਆਈਆਂ ਹਾਂ, ਹੁਣ ਕਿਤੇ ਬੁਰਾ ਸੋਚਣ ਦਾ ਜੀ ਨਹੀਂ ਕਰਦਾ। ਕਹਿਣ ਲੱਗੀਆਂ ਵਕਾਰ ਵਾਲੀ ਭਾਵਨਾ ਸੋਚਣ ਦਾ ਮਨ ਹੀ ਨਹੀਂ ਕਰਦਾ। ਬੈਰਾਗ ਹੋ ਗਿਆ ਉਸ ਪਾਸੋਂ। ਵੇਖੋ ਸਤਿਗੁਰੂ ਦਾ ਮਨ ਮੈਲਾ ਕਰਨ ਗਈਆਂ ਸਨ, ਆਪਣਾ ਮਨ ਹੀ ਪਵਿੱਤਰ ਕਰਾ ਕੇ ਆ ਗਈਆਂ ਜੀ। ਹਾਂਜੀ, ਯਜ ਦਾ ਸਿਮਰਨ ਮਹਿ ਅਨੁਰਾਗ। ਯਜ ਦਾ ਸਿਮਰਨ ਮਹਿ ਅਨੁਰਾਗ। ਜਦੋਂ ਦਾ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲ ਕੇ ਆਈਆਂ ਹਾਂ, ਸਾਡਾ ਜੀ ਕਰਦਾ ਖੁਦਾ ਦਾ ਸਿਮਰਨ ਕਰੀਏ।
ਸਾਡਾ ਜੀ ਕਰਦਾ ਨਾਮ ਜਪੀਏ। ਹਾਂਜੀ, ਇਹ ਸੁੰਦਰਤਾ ਇਹ ਤਰੁਨਾਈ, ਇਹ ਸੁੰਦਰਤਾ, ਇਹ ਜਵਾਨੀ, ਇਹ ਕਦ, ਇਹ ਬਲ, ਇਹ ਚਤੁਰਾਈ, ਇਹ ਸਾਡੀਆਂ ਗੱਲਾਂ, ਇਹ ਸਾਰਾ ਸਰੀਰ, ਇਹ ਸਭ ਕੋ ਪਾਏ ਕਿਉ ਮਨ ਬਸ ਮੈਂ, ਸਭ ਕੋ ਪਾਏ ਕਿਉ ਮਨ ਬਸ ਮੈਂ। ਉਹਨਾਂ ਤੇ ਸਾਨੂੰ ਸਾਰਿਆਂ ਨੂੰ ਬਸ ਚ ਕਰ ਲਿਆ, ਸਾਨੂੰ ਵੀ ਰੱਬ ਦੇ ਰਾਹ ਤੇ ਤੋਰ ਦਿੱਤਾ। ਨਹਿ ਦੌਰਤ ਕਬਹੂ ਕਿਸ ਰਸ ਮੈਂ, ਇਉਂ ਮਹਿਸੂਸ ਹੁੰਦਾ ਹੈ ਜਿਵੇਂ ਅੱਜ ਤੋਂ ਬਾਅਦ ਸਾਡਾ ਇਹ ਮਨ ਹੋਰ ਕਿਸੇ ਬੰਨੇ ਦੌੜੇਗਾ ਹੀ ਨਹੀਂ। ਬੰਦਨੀਐ ਸਭ ਜਗ ਕੇ ਪੀਰ, ਉਹ ਗੁਰੂ ਹਰਗੋਬਿੰਦ ਸਾਹਿਬ ਪੂਜਣ ਯੋਗ ਨੇ ਤੇ ਸਾਰੇ ਜਗਤ ਨੂੰ ਉਹਨਾਂ ਅੱਗੇ ਮੱਥਾ ਟੇਕਣਾ ਚਾਹੀਦਾ ਹੈ ਜੀ। ਗੱਜ ਕੇ ਕਹਿ ਦਿਓ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਨਿਸ਼ਚੈ ਰੱਖਿਅਕ ਤੁਮੈ ਸਰੀਰ, ਵਾਕਈ ਉਹ ਰੱਖਿਅਕ ਨੇ ਤੁਹਾਡੇ ਸਰੀਰ ਦੇ। ਸਦਾ ਅਦਾਬ ਕਰੋ ਇਨ ਕੇਰਾ, ਬਾਦਸ਼ਾਹ ਸਲਾਮਤ ਸਦਾ ਇਹਨਾਂ ਦਾ ਅਦਬ ਕਰਿਓ, ਸਦਾ ਇਹਨਾਂ ਦੀ ਇੱਜ਼ਤ ਕਰਿਓ। ਭਲਾ ਹੋਇ ਜੁਗ ਲੋਕ ਕਨੇਰਾ, ਤੁਹਾਡਾ ਦੋਵਾਂ ਲੋਕਾਂ 'ਚ ਭਲਾ ਹੋਏਗਾ। ਸਾਧ ਸੰਗਤ ਜੀ, ਬਾਦਸ਼ਾਹ ਜਹਾਂਗੀਰ ਦੀ ਇੱਕ ਬੇਗਮ ਦਾ ਨਾਮ ਸੀ ਨੂਰ ਜਹਾਂ, ਜਿਹੜੀ ਵੱਡੀ ਬੇਗਮ ਸੀ। ਨੂਰ ਜਹਾਂ ਨੇ ਬੜੇ ਯਤਨ ਕੀਤੇ ਸਨ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦਾ ਹੀ ਮਨ ਪਵਿੱਤਰ ਕਰ ਦਿੱਤਾ ਸੀਗਾ ਜੀ, ਉਹਨਾਂ ਉੱਤੇ ਮਿਹਰ ਕਰ ਦਿੱਤੀ ਸੀਗੀ ਜੀ। ਨੂਰ ਜਹਾਂ ਨੇ ਬੜੇ ਯਤਨ ਕੀਤੇ। ਸਾਧ ਸੰਗਤ ਜੀ, ਇਤਿਹਾਸ 'ਚ ਆਉਂਦਾ ਹੈ, ਹਰੀ ਸਿੰਘ ਨਲਵੇ ਦਾ ਜ਼ਿਕਰ ਆਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਬੜੇ ਵੱਡੇ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਕਿਹੋ ਜਿਹੇ ਨੇ? ਹਰੀ ਸਿੰਘ ਨਲਵੇ ਦਾ ਜ਼ਿਕਰ ਆਉਂਦਾ ਹੈ, ਉਹਨੂੰ ਉਹਦੇ ਕਿਰਦਾਰ ਤੋਂ ਸੁੱਟਣ ਵਾਸਤੇ ਪਿਆਰਿਓ ਭੇਜੀ ਗਈ ਸੀ ਔਰਤ। ਔਰਤ ਕਹਿਣ ਲੱਗੀ ਜੋ ਮੰਗਾਂਗੀ ਉਹ ਦਿਓਗੇ? ਕਹਿੰਦੇ ਹਾਂ ਦੱਸ। ਕਹਿਣ ਲੱਗੀ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ ਹੈ। ਕਹਿਣ ਲੱਗੇ ਇੰਨੀ ਗੱਲ? ਕਹਿੰਦੇ ਹਾਂ। ਸਾਧ ਸੰਗਤ ਜੀ, ਸ਼ੌਲ ਲਿਆਂਦੀ, ਉਹਦੇ ਉੱਤੇ ਪਾ ਕੇ ਉਹਦੇ ਚਰਨਾਂ ਤੇ ਮੱਥਾ ਟੇਕ ਕੇ ਕਹਿੰਦੇ ਮਾਂ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੋਤਾ ਕਹਿਣ ਲੱਗੇ। ਸਿੱਖ ਦਾ ਕਿਰਦਾਰ। ਭਾਈ ਸਾਹਿਬ ਭਾਈ ਹਰੀ ਸਿੰਘ ਦੀ ਨਲਵਾ, ਜਿਨ੍ਹਾਂ ਦੇ ਸਿੱਖ ਇੰਨੇ ਉੱਚੇ ਕਿਰਦਾਰ ਵਾਲੇ ਨੇ, ਉਹ ਸਤਿਗੁਰੂ ਕਿੰਨੇ ਉੱਚੇ ਕਿਰਦਾਰ ਵਾਲੇ ਹੋਣਗੇ ਜੀ। ਹਾਂਜੀ, ਚਿੱਤ ਕੀ ਜਾਣਤ ਅੰਤਰਜਾਮੀ, ਮਹਾਪੁਰਖ ਪੂਰਨ ਵੱਡ ਸੁਆਮੀ। ਉਹ ਤਾਂ ਸਾਰਿਆਂ ਦੇ ਚਿੱਤ ਦੀਆਂ ਗੱਲਾਂ ਨੂੰ ਜਾਣਨ ਵਾਲੇ ਨੇ, ਮਹਾਪੁਰਖ ਨੇ ਬੜੇ ਵੱਡੇ। ਨਹੀਂ ਅਵਗਿਆ ਆਪ ਕਰੀਜੈ, ਬਾਦਸ਼ਾਹ ਸਲਾਮਤ ਕਦੀ ਉਹਨਾਂ ਦੀ ਅਵਗਿਆ ਨਾ ਕਰਿਓ। ਸਰਬ ਪ੍ਰਕਾਰ ਪ੍ਰਸੰਨ ਰਖੀਜੈ, ਉਹਨਾਂ ਨੂੰ ਖੁਸ਼ ਰੱਖਿਓ। ਹਾਂਜੀ, ਸੁਨ ਕੇ ਸ਼ਾਹ ਕਰਿਓ ਮੈਂ ਜਾਨੋ, ਗਾਦੀ ਸ਼੍ਰੀ ਨਾਨਕ ਕੀ ਮਾਨੋ। ਨਿਸਮੈ ਸਿਮਰੈ ਕਰੀ ਸਹਾਏ, ਜੁਗ ਸ਼ੇਰਨ ਕੋ ਹੇਰ ਹਟਾਏ। ਤੇ ਸਾਧ ਸੰਗਤ ਜੀ, ਫਿਰ ਬਾਦਸ਼ਾਹ ਆਪਣੀਆਂ ਬੇਗਮਾਂ ਨੂੰ ਕਹਿੰਦਾ ਹਾਂ ਵਾਕਈ ਇਹ ਪੀਰ ਨੇ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਤੇ ਨੇ ਔਰ ਇਹਨਾਂ ਨੇ ਮੇਰੀ ਰਾਖੀ ਕੀਤੀ ਆ। ਇਹਦੇ ਤੋਂ ਅੱਗੇ ਕਥਾ ਕੱਲ ਨੂੰ ਸਰਵਣ ਕਰਾਂਗੇ। ਆਓ ਸਾਰੇ ਬੇਨਤੀਆਂ ਕਰੀਏ। ਸਾਡਾ ਮਨ ਬਹੁਤ ਡੋਲਦਾ। ਕਹਿੰਦੇ ਬੰਦੇ ਦਾ ਮਨ ਪਿੱਪਲ ਦੇ ਪੱਤੇ ਵਰਗਾ। ਪਿੱਪਲ ਦਾ ਪੱਤਾ ਹੌਲਾ ਹੁੰਦਾ, ਹਵਾ ਲੱਗੇ ਬਹੁਤ ਜ਼ਿਆਦਾ ਹਿੱਲਦਾ। ਕਹਿੰਦੇ ਬੰਦੇ ਦਾ ਮਨ ਵੀ ਉਹੋ ਜਿਹਾ। ਗਿਆਨ ਧਿਆਨ ਦੀਆਂ ਗੱਲਾਂ ਇੱਕ ਪਾਸੇ ਨੇ। ਸਾਧ ਸੰਗਤ ਜੀ, ਜਦੋਂ ਹਵਾ ਲੱਗਦੀ ਹੈ ਨਾ, ਜਿਵੇਂ ਪਿੱਪਲ ਦਾ ਮਨ ਹੈ, ਪਿੱਪਲ ਦਾ ਪੱਤਾ ਹਿੱਲਦਾ, ਇਸੇ ਤਰ੍ਹਾਂ ਬੰਦੇ ਦਾ ਮਨ ਵੀ ਡੋਲਦਾ ਹੈ। ਤੇ ਜੇ ਡੋਲਣ ਤੋਂ ਬਚਣਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਅਰਦਾਸ ਕਰੀਏ। ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ। ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ।
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਜਦੋਂ ਮਹਾਰਾਜ ਹੱਥ ਰੱਖਣ ਫੇਰ ਹੀ ਡੋਲਣ ਤੋਂ ਬਚ ਸਕਦੇ ਆ ਸਾਧ ਸੰਗਤ ਜੀ। ਸੱਚੇ ਪਾਤਸ਼ਾਹ ਮੇਰਾ ਕਰਨ। ਅਗਲਾ ਇਤਿਹਾਸ ਕੱਲ ਨੂੰ ਸਰਵਣ ਕਰਾਂਗੇ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।